ਕੀਤਾ ਕਿੱਦਾਂ ਕੀਤਾ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਨੂੰ ਵੱਖਰਾ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੱਖਰਾ ਕਰ ਲਿਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਖਰੇ ਨਹੀਂ ਹੈ। ਇਹ ਇੱਕ ਨਿਰੰਤਰਤਾ ਹੈ ਔਰ ਸਿਰਫ ਜੋਤ ਦੀ ਨਿਰੰਤਰਤਾ ਨਹੀਂ, ਇਤਿਹਾਸ ਦੀ ਵੀ ਨਿਰੰਤਰਤਾ ਹੈ। ਇਤਿਹਾਸ ਦੀ ਨਿਰੰਤਰਤਾ ਹੀ ਨਹੀਂ, ਗੁਰਬਾਣੀ ਦੀ ਵੀ ਨਿਰੰਤਰਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਦੋਂ ਰਵਿਦਾਸ ਸਾਹਿਬ ਬੋਲਦੇ ਨੇ ਹਲੇਮੀ ਰਾਜ ਦੀ ਗੱਲ ਕਰਦੇ ਨੇ ਤਾਂ ਉਹ ਗੁਰੂ ਨਾਨਕ ਹੀ ਹਲੇਮੀ ਰਾਜ ਦੀ ਗੱਲ ਕਰ ਰਹੇ ਨੇ। ਰਵਿਦਾਸ ਸਾਹਿਬ ਗੁਰੂ ਨਾਨਕ ਤੋਂ ਅਲੱਗ ਨਹੀਂ ਨੇ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਜਦੋਂ ਇਸ ਤਰੀਕੇ ਨਾਲ ਵੰਡ ਕੇ ਵੇਖਾਂਗੇ ਨਾ ਕਿ ਆਹ ਬਾਣੀਆਂ ਭਗਤਾਂ ਦੀਆਂ, ਆਹ ਬਾਣੀਆਂ ਗੁਰੂ ਦੀਆਂ, ਆਪਾਂ ਕਨਫਿਊਜ਼ ਹੋ ਜਾਾਂਗੇ, ਆਪਾਂ ਗਲਤ ਟਰੈਕ ਤੇ ਚੱਲ ਜਾਾਂਗੇ। ਜੇਕਰ ਸਿੱਖਾਂ ਨੇ ਆਪਣੀ ਅਰਦਾਸ ਨੂੰ ਹੀ ਵਰਡ ਟੂ ਵਰਡ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਮਝ ਲਿਆ ਹੁੰਦਾ, ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ, ਬੇਨਤੀ ਕਰਕੇ, ਜੋਦੜੀ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਲਈ ਹੁੰਦੀ ਤਾਂ ਯਕੀਨ ਮੰਨਿਆ ਜੇ ਜੋ ਸਾਡੀ ਦਸ਼ਾ ਤੇ ਦਿਸ਼ਾ ਅੱਜ ਹੈ ਉਹ ਨਹੀਂ ਹੋਣੀ ਸੀ। ਕਿਆ ਗੁਰੂ ਨਾਨਕ ਨੂੰ ਸਿਰਫ ਇੱਕ ਚਿੱਟੀ ਦਾੜੀ ਵਾਲਾ ਜਿਹੜਾ ਇੰਜ ਕਰਕੇ ਉਹਨਾਂ ਨੇ ਫੋਟੋ ਦੇ ਵਿੱਚ ਖੜਾ ਕੀਤਾ, ਉਹਦੇ ਹੱਥ ਦੇ ਉੱਤੇ ਮਾਲਾ ਪਾਈਆਂ, ਮੇਰੇ ਅੱਗੇ ਸਿਰਫ ਇੱਕ ਉਹ ਆਉਣਾ ਚਾਹੀਦਾ ਜਾਂ ਉਹ ਪੈਗੰਬਰ ਆਉਣਾ ਚਾਹੀਦਾ ਜਿਹੜਾ ਧਰਮ ਦੀ ਗੱਲ ਵੀ ਕਰਦਾ, ਜਿਹੜਾ ਸੁਸਾਇਟੀ ਦੀ ਗੱਲ ਵੀ ਕਰਦਾ, ਜਿਹੜਾ ਕਲਚਰ ਦੀ ਗੱਲ ਵੀ ਕਰਦਾ, ਜਿਹੜਾ ਪੋਲਿਟਿਕਸ ਦੀ ਗੱਲ ਵੀ ਕਰਦਾ, ਜਿਹੜਾ ਰਾਜ ਦੀ ਗੱਲ ਵੀ ਕਰਦਾ। ਸਿੱਖੀ ਦੇ ਵਿੱਚ ਤੁਹਾਨੂੰ ਜਿੱਥੇ ਕਿਤੇ ਵੀ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਉੱਥੇ ਸਿੱਖ ਨੂੰ ਬੋਲਣਾ ਹੀ ਪਊਗਾ, ਚਾਹੇ ਉਹਦਾ ਜੋ ਮਰਜ਼ੀ ਨੁਕਸਾਨ ਹੋ ਜਾਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਹਮੇਸ਼ ਰਾਜ ਵਾਲਿਆਂ ਦਾ ਚੱਲਦਾ, ਕਿਸੇ ਸਾਧੂ ਦੇ ਨਾਮ ਦਾ, ਕਿਸੇ ਸੰਤ ਦੇ ਨਾਮ ਦਾ ਕਦੀ ਸਿੱਕਾ ਨਹੀਂ ਚੱਲਿਆ। ਸਿੱਕਾ ਸਿਰਫ ਰਾਜੇ ਦਾ ਚੱਲਦਾ ਹੁੰਦਾ। ਸੋ ਗੁਰੂ ਨਾਨਕ ਦੇ ਜਦੋਂ ਸਿੱਕਾ ਚੱਲਦਾ ਹੈ ਨਾ ਗੁਰੂ ਨਾਨਕ ਦੇ ਨਾਮ ਦਾ, ਤਾਂ ਗੁਰੂ ਨਾਨਕ ਦਾ ਰਾਜ ਹੈ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜਾ ਆਪਣਾ ਪਿਛਲਾ ਐਪੀਸੋਡ ਜਿੱਥੇ ਆਪਾਂ ਛੱਡਿਆ ਸੀਗਾ ਉਹ ਕੁਐਸਚਨ ਆਨਸਰ ਸੀਰੀਜ਼ ਸੀਗੀ। ਉਸ ਤੋਂ ਬਾਅਦ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਸੀ ਅਤੇ ਇਸ ਕਰਕੇ ਅਸੀਂ ਫਿਰ ਇਹ ਫੈਸਲਾ ਕੀਤਾ ਸੀਗਾ ਕਿ ਉਹ ਹਫਤਾ ਜਿਹੜਾ ਹੈਗਾ ਆਪਾਂ ਇਹ ਪ੍ਰੋਗਰਾਮ ਮਿਸ ਕਰਾਂਗੇ। ਅਤੇ ਉਸ ਤੋਂ ਬਾਅਦ ਵੀ ਜਿਹੜੀ ਉਹੀ ਇੱਕ ਨਿਰੰਤਰਤਾ ਜਿਹੜੀ ਚੱਲ ਰਹੀ ਸੀ ਲਗਾਤਾਰਤਾ, ਤਾਂ ਉਹਦੇ ਕਰਕੇ 2 ਹਫ਼ਤੇ ਆਪਾਂ ਐਪੀਸੋਡ ਨਹੀਂ ਕੀਤਾ। ਬਟ ਜਿੱਥੋਂ ਆਪਾਂ ਛੱਡਿਆ ਸੀ ਉਹ ਕੁਐਸਚਨ ਆਨਸਰਸ ਦਾ ਸੀਗਾ। ਉਸ ਤੋਂ ਪਹਿਲੇ ਜਿਹੜੇ ਆਪਾਂ ਐਪੀਸੋਡ ਕੀਤੇ ਸੀ ਉਹ ਆਪਾਂ ਗੁਰੂ ਅਮਰਦਾਸ ਮਹਾਰਾਜ ਦੀ ਜੀਵਨੀ ਦੇ ਉੱਤੇ, ਉਹਨਾਂ ਦੀ ਜੀਵਨ ਤੋਂ ਆਪਾਂ ਕੀ ਲੈਣਾ ਆ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ। ਮੈਨੂੰ ਕੁਝ ਈਮੇਲਸ ਜਿਹੜੀਆਂ ਨੇ ਉਹ ਆਈਆਂ ਨੇ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੀ ਸੰਗਤ ਦਾ ਇਹ ਵੀ ਇੱਕ ਕਹਿਣਾ ਹੈਗਾ ਕਿ ਅਸੀਂ ਪਹਿਲੇ ਵਾਲੇ ਐਪੀਸੋਡਸ ਨਹੀਂ ਦੇਖ ਸਕੇ। ਸੋ ਸਾਨੂੰ ਨਹੀਂ ਸੀ ਪਤਾ ਕਿ ਇਹ ਕਿਸੇ ਨੂੰ, ਕੋਈ ਕਹਿ ਰਿਹਾ ਕਿ ਪਤਾ ਨਹੀਂ ਸੀਗਾ ਪ੍ਰੋਗਰਾਮ ਚੱਲਦਾ ਆ, ਕੋਈ ਕਹਿੰਦਾ ਸਾਡੇ ਕੋਲੋਂ ਮਿਸ ਹੋ ਗਏ। ਤਾਂ ਮੈਂ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕਰ ਦਿਆਂ ਕਿ ਜਿਹੜੇ ਮੈਜੋਰਿਟੀ ਐਪੀਸੋਡਸ ਹੈਗੇ ਨੇ ਉਹ YouTube ਦੇ ਉੱਤੇ ਪਏ ਹੋਏ ਆ। YouTube ਦੇ ਉੱਪਰ ਅਕਾਲ ਚੈਨਲ ਦਾ ਤੁਸੀਂ ਅਗਰ ਚੈਨਲ 'ਤੇ ਜਾਓਗੇ ਨਾ ਤਾਂ ਉੱਥੇ ਪਲੇਲਿਸਟ ਬਣੀ ਹੁੰਦੀ ਆ। ਕਿਰਦਾਰੇ ਖਾਲਸਾ ਦੀ ਇੱਕ ਅਲੱਗ ਤੋਂ ਅਲੱਗਾ ਤੋਂ ਪਲੇਲਿਸਟ ਬਣੀ ਹੋਈ ਆ ਔਰ ਉਹਦੇ ਵਿੱਚ ਉਹਨਾਂ ਨੇ ਸਾਰੀ ਜਿਹੜੇ ਐਪੀਸੋਡਸ ਨੇ ਉਹ ਪਾ ਰਹੇ ਨੇ। ਮੈਨੂੰ ਇਹ ਨਹੀਂ ਲੱਗਦਾ ਕਿ ਸਾਰੇ ਪਾ ਦਿੱਤੇ ਆ, ਬਟ ਆਈ ਥਿੰਕ ਕਿ 35 39 ਤੱਕ ਪਾ ਦਿੱਤੇ ਆ। ਸੋ ਜਿਹੜੀ ਸੰਗਤ ਨੇ ਅਜੇ ਨਹੀਂ ਦੇਖੇ ਜਾਂ ਦੇਖਣਾ ਚਾਹੁੰਦੇ ਨੇ, ਚਾਹਵਾਨ ਨੇ ਦੇਖਣ ਦੇ, ਤਾਂ ਉਹ ਉਸ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਅੱਜ ਜਿਹੜੀ ਆਪਾਂ ਗੱਲ ਕਰਨੀ ਹੈ, ਜਾਂ ਇਹ ਕਹਿ ਲਈ ਕਿ ਹੁਣ ਜਿਹੜੀ ਆਪਾਂ ਗੱਲ ਕਰਨੀ ਆ, ਕਿਉਂਕਿ ਪਿਛਲੇ ਵਾਰੀ ਆਪਾਂ ਜਿੱਥੇ ਛੱਡਿਆ ਸੀਗਾ ਗੁਰੂ ਅਮਰਦਾਸ ਪਾਤਸ਼ਾਹ ਦੀ ਲਾਈਫ ਦੇ ਉੱਤੇ ਕਿ ਉਹਨਾਂ ਨੇ ਸਾਨੂੰ ਕਿਹੜੇ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ, ਕਿਹੜੇ ਪੂਰ ਨੇ ਜਿਹੜੇ ਆ ਉਹਨਾਂ ਨੇ ਸਾਨੂੰ ਦ੍ਰਿੜ ਕਰਵਾਏ ਨੇ, ਆਪਾਂ ਇਹਦੇ ਉੱਤੇ ਗੱਲ ਛੱਡੀ ਸੀ। ਹੁਣ ਆਪਾਂ ਸ਼ੁਰੂ ਕਰਨਾ ਹੈ ਚੌਥੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ, ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਵਿੱਚੋਂ। ਬਿਲਕੁਲ ਆਪਾਂ ਉਸੇ ਹੀ ਲਾਈਨ ਦੇ ਉੱਪਰ ਚੱਲਾਂਗੇ ਕਿਉਂਕਿ ਮੈਂ ਬਾਰ-ਬਾਰ ਇਹੀ ਗੱਲ ਆਪਾਂ ਸਮਝਦੇ ਰਹੀਏ, ਇੱਕ ਦੂਸਰੇ ਨੂੰ ਸਮਝਾਉਂਦੇ ਰਹੀਏ ਕਿ ਗੁਰੂ ਇਤਿਹਾਸ ਨੂੰ ਲਗਾਤਾਰਤਾ ਦੇ ਵਿੱਚ ਹੀ ਪੜ੍ਹਿਆ ਜਾ ਸਕਦਾ। ਗੁਰੂ ਨਾਨਕ ਨੂੰ ਵੱਖਰਾ ਅਤੇ ਗੁਰੂ ਰਾਮਦਾਸ ਨੂੰ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ। ਔਰ ਇਸ ਲਗਾਤਾਰਤਾ ਨੂੰ ਜਦੋਂ ਆਪਾਂ ਸਮਝਣਾ ਹੈ ਤਾਂ ਉਹਦੇ ਵਿੱਚ ਇੱਕ ਲਗਾਤਾਰਤਾ ਸਾਨੂੰ ਹੋਰ ਰੱਖਣੀ ਪੈਣੀ ਹੈ, ਉਹ ਹੈ ਗੁਰਬਾਣੀ ਦੀ। ਅਗਰ ਅਸੀਂ ਗੁਰੂ ਇਤਿਹਾਸ ਨੂੰ ਗੁਰਬਾਣੀ ਨਾਲੋਂ ਤੋੜ ਕੇ ਪੜ੍ਹਾਂਗੇ ਜਾਂ ਅਸੀਂ ਗੁਰੂ ਇਤਿਹਾਸ ਨੂੰ ਵੱਖਰਾ ਅਤੇ ਗੁਰਬਾਣੀ ਨੂੰ ਵੱਖਰਾ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ
ਆਪਾਂ ਕਨਫਿਊਜ਼ ਹੋ ਜਾਾਂਗੇ, ਉਹ ਬਹੁਤ ਕੰਪਲੈਕਸ ਹੋ ਜਾਊਗਾ ਸਾਡੇ ਲਈ, ਕਿਉਂਕਿ ਸਾਨੂੰ ਲੱਗੂਗਾ ਕਿ ਸ਼ਾਇਦ ਗੁਰੂ ਕੁਝ ਹੋਰ ਕਰ ਰਿਹਾ, ਗੁਰਬਾਣੀ ਕੁਝ ਹੋਰ ਹੈ। ਇੱਦਾਂ ਦੀ ਗੱਲ ਨਹੀਂ ਹੈ। ਉਸੇ ਹੀ ਲਗਾਤਾਰਤਾ ਨੂੰ ਸਮਝਣ ਦੇ ਲਈ ਜਿਹੜੀ ਇਹ ਲੜੀ ਚੱਲ ਰਹੀ ਹੈ, ਬਹੁਤ ਵਾਰ ਮੈਂ ਇੱਕੋ ਹੀ ਤਰ੍ਹਾਂ ਦੀਆਂ ਗੱਲਾਂ ਬਾਰ-ਬਾਰ ਰਿਪੀਟ ਕਰੂੰਗੀ, ਔਰ ਉਹ ਮੇਰੇ ਨਾਲ ਸਿਰਫ ਇੰਨਾ ਕਿ ਤੁਸੀਂ ਪੇਸ਼ੈਂਸ ਬਣਾਈ ਰੱਖਿਓ ਜੇ, ਕਿਉਂਕਿ ਇਹ ਗੱਲਾਂ ਸਾਨੂੰ ਬਾਰ-ਬਾਰ ਯਾਦ ਆਉਂਦੀਆਂ ਰਹਿਣੀਆਂ ਬਹੁਤ ਜ਼ਰੂਰੀ ਆ ਕਿ ਇੱਕ ਕੰਟੀਨਿਊਟੀ ਹੈ, ਇਹ ਸਾਨੂੰ ਯਾਦ ਆਉਂਦਾ ਬਹੁਤ ਜ਼ਰੂਰੀ, ਆਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਅਸੀਂ ਇਹ ਚੀਜ਼ਾਂ ਯਾਦ ਨਹੀਂ ਰੱਖੀਆਂ, ਅਸੀਂ ਇਹ ਚੀਜ਼ਾਂ ਨੂੰ ਭੁੱਲ ਗਏ। ਇਹੀ ਕਾਰਨ ਹੈ ਕਿ ਜਿਹੜੇ ਸਾਡੇ, ਜਿਹਨੂੰ ਆਪਾਂ ਕਹਿੰਦੇ ਨਾ ਸਾਡੇ ਉੱਪਰ ਅਟੈਕ ਹੈ, ਸਭ ਤੋਂ ਵੱਡਾ ਅਟੈਕ ਸਿੱਖਾਂ ਦੇ ਉੱਪਰ ਸਿੱਖਾਂ ਨੇ ਖੁਦ ਕੀਤਾ। ਉਹ ਕਿਉਂ ਕੀਤਾ, ਕਿੱਦਾਂ ਕੀਤਾ? ਕਿਉਂਕਿ ਉਹਨਾਂ ਨੇ ਗੁਰੂ ਨਾਨਕ ਨੂੰ ਵੱਖਰਾ ਕਰ ਲਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੱਖਰਾ ਕਰ ਲਿਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਵੱਖਰੇ ਨਹੀਂ ਹੈ। ਇਹ ਇੱਕ ਨਿਰੰਤਰਤਾ ਹੈ, ਔਰ ਸਿਰਫ ਜੋਤ ਦੀ ਨਿਰੰਤਰਤਾ ਨਹੀਂ, ਇਤਿਹਾਸ ਦੀ ਵੀ ਨਿਰੰਤਰਤਾ ਹੈ। ਇਤਿਹਾਸ ਦੀ ਨਿਰੰਤਰਤਾ ਹੀ ਨਹੀਂ, ਗੁਰਬਾਣੀ ਦੀ ਵੀ ਨਿਰੰਤਰਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਦੋਂ ਰਵਿਦਾਸ ਸਾਹਿਬ ਬੋਲਦੇ ਨੇ, ਹਲੇਮੀ ਰਾਜ ਦੀ ਗੱਲ ਕਰਦੇ ਨੇ, ਤਾਂ ਉਹ ਗੁਰੂ ਨਾਨਕ ਹੀ ਹਲੇਮੀ ਰਾਜ ਦੀ ਗੱਲ ਕਰ ਰਹੇ ਨੇ। ਰਵਿਦਾਸ ਸਾਹਿਬ ਗੁਰੂ ਨਾਨਕ ਤੋਂ ਅਲੱਗ ਨਹੀਂ ਨੇ ਉੱਥੇ। ਇਸੇ ਤਰੀਕੇ ਨਾਲ ਜਦੋਂ ਕਬੀਰ ਸਾਹਿਬ ਕੁਝ ਬੋਲਦੇ ਨੇ ਤਾਂ ਗੁਰੂ ਨਾਨਕ ਤੋਂ ਵੱਖਰੇ ਹੋ ਕੇ ਨਹੀਂ ਬੋਲਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਜਦੋਂ ਇਸ ਤਰੀਕੇ ਨਾਲ ਵੰਡ ਕੇ ਵੇਖਾਂਗੇ ਨਾ ਕਿ ਆਹ ਬਾਣੀਆਂ ਭਗਤਾਂ ਦੀਆਂ, ਆਹ ਬਾਣੀਆਂ ਗੁਰੂ ਦੀਆਂ, ਆਪਾਂ ਕਨਫਿਊਜ਼ ਹੋ ਜਾਵਾਂਗੇ, ਆਪਾਂ ਗਲਤ ਟਰੈਕ 'ਤੇ ਚੱਲ ਜਾਵਾਂਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰਨ ਗੁਰੂ ਨੇ, ਉਹ ਪੂਰੇ ਪ੍ਰਤੱਖ ਗੁਰੂ ਨੇ, ਔਰ ਗੁਰੂ ਇੱਕ ਹੁੰਦਾ ਆ। ਗੁਰੂ ਦੇ ਵਿੱਚ ਵੰਡੀਆਂ ਨਹੀਂ ਹੁੰਦੀਆਂ, ਗੁਰੂ ਦੇ ਵਿੱਚ ਭਾਗ ਨਹੀਂ ਹੁੰਦੇ। ਜੇਕਰ ਆਪਾਂ ਦੁਨਿਆਵੀ ਤੌਰ ਦੇ ਉੱਤੇ ਆਪਾਂ ਆਪਣੇ ਉੱਤੇ ਵੀ ਇੱਕ ਐਗਜ਼ਾਮਪਲ ਲੈ ਕੇ ਦੇਖੀਏ ਤਾਂ ਅਸੀਂ ਆਪਣੇ ਆਪ ਨੂੰ ਕਿੱਦਾਂ ਵੰਡਾਂਗੇ? ਤੁਸੀਂ ਕਿੱਦਾਂ ਕਹੋਗੇ ਕਿ ਕਿਰਨ ਦਾ ਸਿਰ ਵੱਖਰਾ, ਮੂੰਹ ਵੱਖਰਾ ਹੈ? ਕਿੱਦਾਂ ਕਹੋਗੇ? ਕਿਰਨ ਤਾਂ ਕਿਰਨ ਪੂਰੀ ਹੈ ਨਾ, ਕਿਰਨਪ੍ਰੀਤ ਕੌਰ ਤੁਹਾਡੇ ਸਾਹਮਣੇ ਤਾਂ ਪੂਰੀ ਵਨ ਸਟਰਕਚਰ ਦੇ ਵਿੱਚ ਹੈ ਨਾ। ਅਤੇ ਜੇਕਰ ਅਸੀਂ ਆਪਣੀ ਹੀ ਸਰੀਰ ਦੀਆਂ ਵੰਡੀਆਂ ਨਹੀਂ ਸਮਝ ਸਕਦੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੰਡੀਆਂ ਕਿੱਦਾਂ ਪਾ ਸਕਦੇ? ਬੜੀ ਹਾਸੋਹੀਣੀ ਗੱਲ ਹੋ ਜਾਂਦੀ ਹੈ। ਉਹਦਾ ਕਾਰਨ ਕੀ ਆ ਕਿ ਸਾਡੇ ਸਿੱਖਾਂ ਨੂੰ ਇਹ ਗੱਲ ਸਮਝਾ ਦਿੱਤੀ ਗਈ ਕਿ ਬਾਣੀ ਨੂੰ ਵੀ ਤੁਸੀਂ ਤਾਸੀਰ ਦੇ ਹਿਸਾਬ ਨਾਲ ਵੰਡ ਲਓ। ਜਿੱਦਾਂ ਮੈਨੂੰ ਬਹੁਤਾਤ ਦੇ ਵਿੱਚ ਮੈਨੂੰ ਬਹੁਤ ਲੋਕਾਂ ਨੇ, ਔਰ ਮੇਰਾ ਅਗਰ ਉਹਨਾਂ ਨੂੰ ਸਮਝਾਉਣ ਜਾਓ ਤਾਂ ਫਿਰ ਉਹਨਾਂ ਦੇ ਅੱਗੇ ਆਪਣੇ ਤਰਕ ਹੁੰਦੇ ਆ, ਅੱਗੋਂ ਬੋਲਦੇ ਕਿ ਪਤਾ ਨਹੀਂ ਅਸੀਂ ਤਾਂ ਨਾ ਪੜ੍ਹਿਆ ਨਹੀਂ। ਅਗਰ ਨਹੀਂ ਪੜ੍ਹਿਆ ਤਾਂ ਪੜ੍ਹੋ। ਬਹੁਤ ਲੋਕ ਜਿਹੜੇ ਨੇ ਉਹ ਇਹ ਗੱਲ ਕਹਿ ਦਿੰਦੇ ਨੇ, ਕਈ ਵਾਰੀ ਗੱਲ ਆ ਜਾਂਦੀ ਹੈ ਕਿ ਜਾਂ ਤਾਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਇਹ ਕਿਹਨੇ ਕਿਹਾ? ਅਤੇ ਉਹ ਕਹਿ ਦਿੰਦੇ ਨੇ ਬਾਬਾ ਦੀਪ ਸਿੰਘ ਨੇ ਕਿਹਾ, ਕਿਉਂਕਿ ਬਾਬਾ ਦੀਪ ਸਿੰਘ ਦੀ ਜਿਹੜੀ ਉਹ ਇੱਕ ਕਾਲਪਨਿਕ ਫੋਟੋ ਆਪਾਂ ਲਾਈ ਹੋਈ ਹੈ, ਉਹਦੇ ਉੱਪਰ ਉਹ ਲਿਖਿਆ ਹੁੰਦਾ ਅਕਸਰ, ਹੈ ਨਾ। ਤਾਂ ਉਹ ਕਹਿ ਦਿੰਦੇ ਬਾਬਾ ਦੀਪ ਸਿੰਘ ਨੇ ਕਿਹਾ। ਉਹਨਾਂ ਨੂੰ ਕੋਈ ਨਹੀਂ, ਬਾਬਾ ਦੀਪ ਸਿੰਘ ਨੇ ਨਹੀਂ ਕਿਹਾ, ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਹੋਊਗਾ, ਹੈ ਨਾ। ਉਹ ਕਿਹਨੇ ਕਿਹਾ ਹੈ, ਉਹ ਬਾਣੀ ਕਿਹਦੀ ਹੈ, ਉਸ ਵੱਲੋਂ ਜਾਂਦੇ ਹੀ ਨਹੀਂ। ਤੁਸੀਂ ਸਾਰੇ ਹੋਮਵਰਕ ਕਰਿਓ, ਬਹੁਤ ਸਾਰੇ ਸੰਗਤ ਨੂੰ ਪਤਾ ਵੀ ਹੋਊਗਾ ਕਿ ਕਿਹਨਾਂ ਦੀ ਬਾਣੀ ਹੈ ਇਹ। ਬਟ ਪ੍ਰੋਬਲਮ ਕਿੱਥੇ ਹੈ ਕਿ ਅਸੀਂ ਬਾਣੀ ਨੂੰ, ਮੈਂ ਜੋ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਬਾਣੀ ਨੂੰ ਅਸੀਂ ਤਾਸੀਰ ਦੇ ਹਿਸਾਬ ਨਾਲ ਵੰਡ ਲਿਆ। ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਹੈ, ਜਾਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ, ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੋ ਸਕਦੀ ਇਹ ਗੱਲ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੀ ਹੋਣੀ ਆ। ਇਹ ਗੁਰੂ ਗ੍ਰੰਥ ਸਾਹਿਬ ਦੇ ਵਾਲੀ ਤਾਂ ਗੱਲ ਹੀ ਨਹੀਂ। ਖਾਲਸਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਜ ਦਿੱਤਾ, ਜਦ ਕਿ ਸਾਨੂੰ ਸਮਝਣਾ ਪਊਗਾ ਕਿ ਖਾਲਸੇ ਦਾ ਸਭ ਤੋਂ ਪਹਿਲਾ ਜ਼ਿਕਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਹੁੰਦਾ। ਜਿਨ੍ਹਾਂ ਨੂੰ ਇਹ ਲੱਗਦਾ ਕਿ ਗੁਰੂ ਨਾਨਕ ਨੇ ਸਿੱਖ ਧਰਮ ਹੀ ਨਹੀਂ ਚਲਾਇਆ, ਉਹਨਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇ ਸਿੱਖ ਧਰਮ ਹੀ ਨਹੀਂ ਚਲਾਇਆ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖ ਦੀ ਡੈਫੀਨੇਸ਼ਨ ਕਿੱਦਾਂ ਦੇ ਰਹੇ ਨੇ, ਕਿਉਂ ਦੇ ਰਹੇ ਨੇ, ਜੇ ਕੋਈ ਉਹ ਹੈ ਹੀ ਨਹੀਂ, ਧਰਮ ਹੀ ਨਹੀਂ ਹੈ। ਸੋ ਇਹ ਗੱਲਾਂ ਮੈਂ ਬਾਰ-ਬਾਰ ਕਰ ਰਹੀ ਹਾਂ, ਔਰ ਇਹ ਕਰਨ ਦਾ ਮੇਰਾ ਰੀਜ਼ਨ ਕੀ ਹੈ ਕਿ ਸਾਨੂੰ ਸਾਡਾ ਜਿਹੜਾ ਹੱਲ ਹੈ ਉਹ ਤਦ ਤੱਕ ਨਹੀਂ ਹੋਣਾ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਇੱਕ ਮਾਤਰ ਫੁਰਕਾਨ, ਆਪਣਾ ਇੱਕ ਮਾਤਰ ਗੁਰੂ, ਆਪਣਾ ਇੱਕ ਮਾਤਰ ਜਿਹੜਾ ਪੈਰਾਮੀਟਰ ਹੈ ਉਹ ਨਹੀਂ ਮੰਨਦੇ। ਜਦ ਤੱਕ ਤੁਹਾਨੂੰ ਇਹ ਲੱਗਦਾ ਰਹੂਗਾ ਕਿ ਕਿਰਨਪ੍ਰੀਤ ਕੌਰ ਨੇ ਇਹ ਦੱਸਿਆ ਅਤੇ ਜਾਂ ਕਿਸੇ ਐਕਸ ਬਾਬੇ ਨੇ ਇਹ ਦੱਸਿਆ, ਜਾਂ ਕਿਸੇ ਵਾਈ ਬਾਬਾ ਜੀ ਨੇ ਇਹ ਦੱਸਿਆ, ਕਿਸੇ ਜ਼ੈਡ ਬਾਬਾ ਜੀ ਨੇ ਇਹ ਦੱਸਿਆ, ਜਦ ਤੱਕ ਅਸੀਂ ਸਰੀਰਾਂ ਦੇ ਨਾਲ ਲੱਗੇ ਰਹਾਂਗੇ ਨਾ, ਅਸੀਂ ਆਪਣੀ ਜਿਹੜੀ ਹੋਂਦ ਹੈ ਉਹਨੂੰ ਸਮਝ ਹੀ ਨਹੀਂ ਸਕਦੇ। ਸਾਨੂੰ ਇਸ ਨੂੰ ਸਮਝਣ ਦੇ ਲਈ ਸਾਡਾ ਇਤਿਹਾਸ ਕੀ ਹੈ, ਸਾਡਾ ਗੁਰੂ ਕੀ ਕਹਿੰਦਾ, ਸਾਨੂੰ ਪੂਰਨ ਤੌਰ 'ਤੇ ਆਪਣੀ ਜਿਹੜੀ ਜਿਹਨੂੰ ਆਪਾਂ ਵਿਵੇਕ ਬੁੱਧੀ ਨਹੀਂ, ਜਿਹਨੂੰ ਆਪਾਂ ਜਿਹੜੀ ਚਲਾਕੀ ਵਾਲੀ ਬੁੱਧੀ ਹੈ ਨਾ, ਉਹਨੂੰ ਤਿਆਗ ਕੇ, ਜਿਹਨੂੰ ਇਹ ਲੱਗਦਾ ਕਿ ਮੈਂ ਹੀ ਮੈਂ ਹਾਂ, ਮੇਰੇ ਤੋਂ ਵੱਧ ਕੋਈ ਇੰਟੈਲੀਜੈਂਟ ਨਹੀਂ, ਉਸ ਬੁੱਧੀ ਨੂੰ ਤਿਆਗ ਕੇ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ ਸਮਝਣਾ ਸ਼ੁਰੂ ਕਰਦੇ, ਨਹੀਂ ਪੜ੍ਹਨਾ ਸ਼ੁਰੂ ਕਰਦੇ, ਤਦ ਤੱਕ ਸਾਡਾ ਹੱਲ ਹੋਣਾ ਨਹੀਂ।
ਜਿਹੜੇ ਇਹ ਵਾਲੇ ਜਿਹੜੇ ਪ੍ਰੋਗਰਾਮ ਨੇ, ਜਿਹੜੀ ਸੰਗਤ ਨਵੀਂ ਜੁੜ ਰਹੀ ਆ, ਮੈਂ ਇੱਕ ਛੋਟਾ ਜਿਹਾ ਬਰੀਫ ਦੇ ਦਿੰਦੀ ਹਾਂ, ਕਿਉਂਕਿ ਹੁਣ ਜਿਹੜੇ ਐਪੀਸੋਡ ਚੱਲਣੇ ਆ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਜੀਵਨ ਦੇ ਵਿੱਚੋਂ ਹੀ ਚੱਲਣੇ ਆ। ਅਤੇ ਜਿੱਦਾਂ ਮੈਂ ਕਿਹਾ ਕਿ ਬਹੁਤ ਸਾਰੀਆਂ ਈਮੇਲ ਸਾਨੂੰ ਆਈਆਂ ਨੇ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਕਿ ਪਹਿਲਾਂ ਕਿਹੜੇ ਕੀ ਐਪੀਸੋਡ ਸੀ। ਉਹਨਾਂ ਵਾਸਤੇ ਇੱਕ ਬਰੀਫ ਜਿਹਾ ਮੈਂ ਦੱਸ ਰਹੀ ਹਾਂ। ਇਹ ਜਿਹੜਾ ਕਿਰਦਾਰੇ ਖਾਲਸਾ ਪ੍ਰੋਗਰਾਮ ਸ਼ੁਰੂ ਕਰਨ ਦਾ ਇੱਕ ਮੰਤਵ ਸੀ ਨਾ ਸਾਡਾ ਅਕਾਲ ਚੈਨਲ ਦੀ ਟੀਮ ਦਾ, ਉਹ ਸੀਗਾ ਇੱਕ ਐਸਾ ਪਲੇਟਫਾਰਮ ਡਿਵੈਲਪ ਕਰਨਾ ਜਿਸ ਦੇ ਉੱਪਰ ਜਿਹੜੀ ਸਿੱਖ ਸੰਗਤ ਦੇ ਵਿੱਚ ਪਈਆਂ ਕਨਫਿਊਜ਼ਨਸ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕੇ, ਜਾਂ ਐਟਲੀਸਟ ਉਹਨਾਂ ਨੂੰ ਡਿਸਕਸ ਕੀਤਾ ਜਾ ਸਕੇ। ਉਸ ਵਾਸਤੇ ਅਸੀਂ ਜਿਹੜਾ ਇਹ ਵਾਲਾ ਇੱਕ ਪ੍ਰੋਗਰਾਮ, ਇਹਨੂੰ ਇੱਕ ਡਾਇਲੋਗਿਕ ਰੂਪ ਦਿੱਤਾ ਸੀਗਾ ਕਿ ਤੁਸੀਂ ਕੁਐਸਚਨ ਤੁਹਾਡੇ ਹੈਗੇ, ਤੁਸੀਂ ਸਵਾਲ ਕਰੋ, ਮੈਂ ਕੋਸ਼ਿਸ਼ ਕਰੂੰਗੀ ਜਵਾਬ ਦੇ ਸਕਾਂ। ਜੇ ਮੇਰੇ ਕੋਲ ਜਵਾਬ ਨਾ ਹੋਏ, ਆਪਾਂ ਉਹ ਜਿਹੜੇ ਸਵਾਲ ਨੇ ਉਹ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਪੁੱਛਾਂਗੇ। ਜੇ ਉਹਨਾਂ ਕੋਲ ਵੀ ਨਾ ਹੋਏ, ਫਿਰ ਆਪਾਂ ਸੰਗਤ ਦੀ ਕਚਹਿਰੀ 'ਚ ਸੁੱਟਾਂਗੇ। ਜੇ ਸੰਗਤ ਕੋਲ ਵੀ ਨਾ ਹੋਏ, ਫਿਰ ਗੁਰੂ ਰਾਖਾ, ਫਿਰ ਪਤਾ ਨਹੀਂ ਕਿਸ ਤਰੀਕੇ ਨਾਲ, ਪਰ ਪਾਤਸ਼ਾਹ ਜ਼ਰੂਰ ਕੋਈ ਨਾ ਕੋਈ ਹੱਲ ਕੱਢਣਗੇ। ਸੋ ਇਹ ਜਿਹੜਾ ਇੱਕ ਪਲੇਟਫਾਰਮ ਡਿਵੈਲਪ ਕੀਤਾ ਸੀਗਾ ਕਿ ਉਹ ਡਾਇਲੋਗਸ ਹੋ ਸਕਣ, ਹੈ ਨਾ। ਉਹਦੇ ਵਿੱਚ ਹੀ ਚੱਲਦੇ ਕਿਉਂਕਿ ਕਿਰਦਾਰੇ ਖਾਲਸਾ ਇਹਦਾ ਨਾਮ ਹੀ ਇਸ ਲਈ ਰੱਖਿਆ ਸੀ ਕਿ ਸਾਡਾ ਕਿਰਦਾਰ ਕੀ ਹੈ, ਉਹ ਖਾਲਸੇ ਦਾ ਕਿਰਦਾਰ ਕੀ ਹੈ, ਉਹ ਕਿੱਦਾਂ ਡਿਵੈਲਪ ਹੋਇਆ, ਗੁਰੂ ਮਹਾਰਾਜ ਨੇ ਕਿੱਦਾਂ ਉਹਦੀ ਬਣਤਰ ਰਚੀ, ਕਿਸ ਤਰੀਕੇ ਨਾਲ ਉਹ ਬਾਅਦ 'ਚ ਸੰਭਾਲਿਆ ਗਿਆ, ਕਿਸ ਤਰੀਕੇ ਨਾਲ ਆਪਾਂ ਉਸ ਕਿਰਦਾਰ ਤੋਂ ਥਿੜਕੇ ਅਤੇ ਉਸ ਕਿਰਦਾਰ ਤੋਂ ਥਿੜਕਣ ਦੇ ਜਿਹੜੀਆਂ ਇੰਪਲੀਕੇਸ਼ਨਸ ਨੇ ਉਹ ਕੀ ਹੋਈਆਂ, ਇਹ ਸਾਰਾ ਡਿਸਕਸ਼ਨ ਕਰਨ ਦੇ ਲਈ ਇਹ ਜਿਹੜਾ ਪ੍ਰੋਗਰਾਮ ਆ ਉਹ ਡਿਜ਼ਾਈਨ ਕੀਤਾ ਗਿਆ ਸੀਗਾ। ਗੱਲਾਂ ਕਰਦੇ ਅਸੀਂ ਸ਼ੁਰੂ ਕੀਤੀ ਸੀ ਕਰਮ ਕਾਂਡਾਂ ਤੋਂ, ਕਿਉਂਕਿ ਕਰਮ ਕਾਂਡ ਦੇ ਉੱਤੇ ਹੀ ਗੁਰੂ ਨਾਨਕ ਸਭ ਤੋਂ ਪਹਿਲਾਂ ਜਿਹੜਾ ਉਹ ਅਟੈਕ ਕਰਦੇ ਨੇ ਕਿ ਕਰਮ ਕਾਂਡ ਇਹ ਵੀ ਮੈਂ ਫਸਟ ਐਪੀਸੋਡ ਵਿੱਚ ਦੱਸਿਆ ਸੀ ਕਿ ਕਰਮ ਕਾਂਡ ਕਿਹੜੇ, ਇਹ ਵੀ ਬੜਾ ਇੰਪੋਰਟੈਂਟ ਆ, ਕਿਉਂਕਿ ਜਿਹੜੇ ਰਿਚੁਅਲਸ ਹੁੰਦੇ ਆ ਅਤੇ ਉਹ ਕਰਮ ਕਾਂਡ ਨਹੀਂ ਹੁੰਦੇ। ਉਹ ਰਿਚੁਅਲ ਜਿਹੜੇ ਕਰਮ ਕਾਂਡ ਹੁੰਦੇ, ਪਰ ਹਰ ਇੱਕ ਰਿਚੁਅਲ ਦੇ ਉੱਤੇ ਅਟੈਕ ਨਹੀਂ ਹੋ ਸਕਦਾ। ਪਰ ਗੁਰੂ ਨਾਨਕ ਕਿਹੜੇ ਰਿਚੁਅਲਸ ਦੇ ਅਗੇਂਸਟ ਨੇ, ਜਿਹੜੇ ਕਿ ਸਿਰਫ ਇੱਕ ਮਟੀਰੀਅਲਿਸਟਿਕ ਭਾਸ਼ਾ ਬਣ ਗਏ, ਜਿਹੜੇ ਸਿਰਫ ਇੱਕ ਮਟੀਰੀਅਲਿਸਟਿਕ ਵਰਤਾਰਾ ਬਣ ਗਏ, ਗੁਰੂ ਨਾਨਕ ਉਹਨਾਂ ਰਿਚੁਅਲਸ ਦੇ ਅਗੇਂਸਟ ਨੇ। ਕਿਉਂਕਿ ਅਦਰਵਾਈਜ਼ ਜਿਹੜੀ ਔਰਗਨਾਈਜੇਸ਼ਨ ਹੈ, ਕੋਈ ਵੀ ਕਿਤੇ ਵੀ ਕੋਈ ਔਰਗਨਾਈਜੇਸ਼ਨ ਹੈ, ਤੁਸੀਂ ਆਪਣੇ ਘਰ ਦੀ ਇੱਕ ਔਰਗਨਾਈਜੇਸ਼ਨ ਨੂੰ ਮੰਨ ਲਓ, ਕਿਉਂਕਿ ਬਹੁਤ ਲੋਕ ਕਹਿੰਦੇ ਨੇ ਔਰਗਨਾਈਜ਼ ਰਿਲੀਜਨ ਇਜ਼ ਬੈਡ। ਮੈਨੂੰ ਨਹੀਂ ਸਮਝ ਲੱਗਦੀ ਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਅਨਔਰਗਨਾਈਜ਼ਡ ਕਿਵੇਂ ਹੋ ਸਕਦੀ ਹੈ। ਕਿਸੇ ਵੀ ਚੀਜ਼ ਨੂੰ ਤੁਸੀਂ ਔਰਗਨਾਈਜੇਸ਼ਨ ਤੋਂ ਬਾਹਰ ਕਿੱਦਾਂ ਕੱਢੋਗੇ? ਤੁਸੀਂ ਆਪਣੇ ਘਰ ਦੇ ਹੀ ਨਿਯਮ ਸਾਂਭ ਕੇ ਰੱਖਦੇ ਹੋ। ਤੁਹਾਨੂੰ ਪਤਾ ਕਿ ਤੁਹਾਡਾ ਘਰ ਕੀ ਹੈ, ਤੁਸੀਂ ਕਿੰਨੇ ਵਜੇ ਉੱਠਣਾ ਹੈ, ਤੁਹਾਡੇ ਬੱਚਿਆਂ ਨੇ ਕਿੰਨੇ ਵਜੇ ਸਕੂਲ ਜਾਣਾ ਹੈ, ਕੀ ਕਰਨਾ, ਤੁਸੀਂ ਬੱਚਿਆਂ ਨਾਲ ਕਿੰਨਾ ਟਾਈਮ ਸਪੈਂਡ ਕਰਨਾ, ਸਾਰਾ ਇੱਕ ਔਰਗਨਾਈਜ਼ਡ ਫਾਰਮੈਟ ਹੈ ਨਾ। ਸੋ ਔਰਗਨਾਈਜ਼ਡ ਹੋਣਾ ਬੁਰੀ ਗੱਲ ਨਹੀਂ ਹੈ, ਪਰ ਉਹ ਕੇਵਲ ਔਰਗਨਾਈਜੇਸ਼ਨ ਦੇ ਫਾਰਮ ਦੇ ਵਿੱਚ ਰਹਿ ਜਾਣਾ ਔਰ ਮਟੀਰੀਅਲਿਸਟਿਕ ਫਾਰਮ ਦੇ ਵਿੱਚ ਆ ਜਾਣਾ, ਅਤੇ ਉਸ ਔਰਗਨਾਈਜੇਸ਼ਨ ਦੇ ਬੇਸ ਦੇ ਉੱਪਰ ਤੁਸੀਂ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਹੋ। ਉੱਥੇ ਗੁਰੂ ਨਾਨਕ ਨੂੰ ਪ੍ਰੋਬਲਮ ਹੈ। ਉੱਥੇ ਗੁਰੂ ਨਾਨਕ ਜਿਹੜੇ ਆ ਉਹ ਫਿਰ ਦੱਸਣਗੇ ਕਿ ਪਾਣੀ ਇੱਧਰ ਨੂੰ ਸੁੱਟਿਆ ਤੁਹਾਡਾ ਕੱਖ ਨਹੀਂ ਬਣਨਾ, ਉਦੋਂ ਦੱਸਣਗੇ। ਪਰ ਜੇਕਰ ਉਹ ਆਪਣੀ ਗੱਲ ਨੂੰ ਤਰਕ ਦੇ ਹਿਸਾਬ ਨਾਲ ਗੁਰੂ ਨਾਨਕ ਨਾਲ ਕਰ ਸਕਦੇ, ਤਾਂ ਗੁਰੂ ਨਾਨਕ ਸ਼ਾਇਦ ਉਹਨਾਂ ਨਾਲ ਕਿਸੇ ਹੋਰ ਹਿਸਾਬ ਦਾ ਡਾਇਲੋਗ ਕਰਦੇ ਹੋ ਤਾਂ ਗੁਰੂ ਨਾਨਕ ਪਾਤਸ਼ਾਹੀ ਜਾਣਨ ਕਿ ਉਹ ਕੀ ਕਰਦੇ। ਕਿਉਂਕਿ ਗੁਰੂ ਨਾਨਕ ਦੀ ਹਸਤੀ ਨੂੰ ਸਮਝ ਲੈਣਾ ਦੁਨਿਆਵੀ ਬੁੱਧ ਦਾ ਕੰਮ ਨਹੀਂ ਹੈ। ਗੁਰੂ ਨਾਨਕ ਨੂੰ ਸਿਰਫ ਗੁਰੂ ਨਾਨਕ ਦੇ ਨਾਨਕ ਨਾਮ ਨੂੰ ਹੀ ਸਮਝ ਲੈਣਾ ਦੁਨਿਆਵੀ ਬੁੱਧ ਦੀ ਔਕਾਤ ਨਹੀਂ ਹੈ। ਇਸ ਕਰਕੇ ਮੈਂ ਉਸ ਪਾਸੇ ਵੀ ਨਹੀਂ ਜਾਂਦੀ। ਪਰ ਮੈਨੂੰ ਇਹ ਲੱਗਦਾ, ਕਿਉਂਕਿ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਗੁਰੂ ਨਾਨਕ ਦੀ ਜਿਹੜੀ ਇੱਕ ਉਹਨਾਂ ਦਾ ਕੌਨਫਲਿਕਟ ਹੈ, ਜਾਂ ਇਹ ਕਹਿ ਲਈਏ ਜਿਹੜਾ ਉਹਨਾਂ ਦਾ ਡਿਸਐਗਰੀਮੈਂਟ ਹੈ, ਉਹ ਡਿਸਐਗਰੀਮੈਂਟ ਹੈ ਕਿੱਥੇ? ਉਹਨਾਂ ਦਾ ਡਿਸਐਗਰੀਮੈਂਟ, ਕਿਉਂਕਿ ਅਗਰ ਔਰਗਨਾਈਜੇਸ਼ਨ ਦੀ ਹੀ ਗੱਲ ਹੁੰਦੀ, ਔਰਗਨਾਈਜ਼ਡ ਹੋਣ ਦੀ ਗੱਲ ਹੁੰਦੀ, ਤਾਂ ਗੁਰੂ ਨਾਨਕ ਭਾਈ ਮਰਦਾਨੇ ਨੂੰ ਲੈ ਕੇ ਜਦੋਂ ਰਬਾਬ ਦੇ ਨਾਲ ਨਿਕਲਦੇ ਆ, ਉਹ ਆਪਣੇ ਆਪ ਵਿੱਚ ਇੱਕ ਔਰਗਨਾਈਜੇਸ਼ਨ ਹੈ, ਉਹ ਆਪਣੇ ਆਪ ਵਿੱਚ ਇੱਕ ਔਰਗਨਾਈਜ਼ਡ ਤਰੀਕਾ ਹੈ ਨਾ। ਇੱਦਾਂ ਨਹੀਂ ਹੈ ਕਿ ਭਾਈ ਮਰਦਾਨਾ ਕੁਛ ਹੋਰ ਵਜਾ ਰਹੇ ਨੇ, ਗੁਰੂ ਨਾਨਕ ਕੁਛ ਹੋਰ ਬੋਲ ਰਹੇ ਨੇ, ਇੱਦਾਂ ਨਹੀਂ ਹੈ। ਬਾਕਾਇਦਾ ਦੋਨਾਂ ਦੀ ਇਕਸਾਰਤਾ ਹੈ, ਔਰ ਜਿੱਥੇ ਇਕਸਾਰਤਾ ਆਊਗੀ ਉੱਥੇ ਸਿਧਾਂਤ ਆਉਣਗੇ, ਉੱਥੇ ਔਰਗਨਾਈਜ਼ਡ ਫਾਰਮੈਟ ਆਊਗਾ। ਜਿੱਥੇ ਔਰਗਨਾਈਜ਼ਡ ਫਾਰਮੈਟ ਆਊਗਾ ਉੱਥੇ ਹੀ ਔਰਡਰ ਹੋਊਗਾ, ਕਿਉਂਕਿ ਜਿੱਥੇ ਔਰਡਰ ਨਹੀਂ ਉੱਥੇ ਕਿਓਸ ਹੁੰਦਾ ਆ, ਹੈ ਨਾ। ਇੰਨੀ ਕੁ ਗੱਲ ਜਿਹੜੀ ਆ ਉਹ ਆਪਾਂ ਸਮਝ ਲਈਏ। ਸੋ ਇਸ ਜਿਹੜਾ ਪ੍ਰੋਗਰਾਮ, ਉਹਦੇ ਵਿੱਚ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਡਾ ਜਿਹੜਾ ਕਿਰਦਾਰ ਹੈ ਉਹ ਗੁਰੂ ਪਾਤਸ਼ਾਹ ਨੇ ਕੀ ਦਿੱਤਾ, ਔਰ ਉਸ ਕਿਰਦਾਰ ਤੋਂ ਅਸੀਂ ਥਿੜਕ ਕਿੱਦਾਂ ਗਏ ਹਾਂ, ਕਿੱਥੇ ਪ੍ਰੋਬਲਮ ਆ ਗਈ ਹੈ ਸਾਨੂੰ। ਉਹਦੇ ਵਿੱਚ ਗੱਲ ਕਰਦੇ ਅਸੀਂ ਇਹ ਸਿੱਟੇ 'ਤੇ ਪਹੁੰਚੇ ਸੀਗੇ ਆਪ ਸੰਗਤ ਦੇ ਨਾਲ ਕਿ ਜਿਹੜੀ ਅਰਦਾਸ ਹੈ, ਹਰ ਇੱਕ ਸਿੱਖ ਦੁੱਖ ਵੇਲੇ ਵੀ ਸੁੱਖ ਵੇਲੇ ਵੀ ਅਰਦਾਸ ਕਰਦਾ, ਔਰ ਅਰਦਾਸ
ਇੱਕੋ ਹੀ ਅਰਦਾਸ ਹੈ ਜੋ ਆਪਾਂ ਬਾਰ-ਬਾਰ ਦੁਹਰਾਉਂਦੇ ਹਾਂ। ਜੇਕਰ ਸਿੱਖਾਂ ਨੇ ਆਪਣੀ ਅਰਦਾਸ ਨੂੰ ਹੀ ਵਰਡ ਟੂ ਵਰਡ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਮਝ ਲਿਆ ਹੁੰਦਾ, ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ, ਬੇਨਤੀ ਕਰਕੇ, ਜੋਦੜੀ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਲਈ ਹੁੰਦੀ, ਤਾਂ ਯਕੀਨ ਮੰਨਿਆ ਜੇ ਜੋ ਸਾਡੀ ਦਸ਼ਾ ਤੇ ਦਿਸ਼ਾ ਅੱਜ ਹੈ ਉਹ ਨਹੀਂ ਹੋਣੀ ਸੀ। ਅਸੀਂ ਇੰਨੇ ਖੱਜਲ ਨਹੀਂ ਸੀ ਹੋਣਾ, ਅਸੀਂ ਇੰਨੇ ਖੁਆਰ ਨਹੀਂ ਸੀ ਹੋਣਾ। ਅਸੀਂ ਅੱਜ ਖੁਆਰ ਹੀ ਇਸ ਕਰਕੇ ਹਾਂ ਕਿਉਂਕਿ ਅਸੀਂ ਸਿਰਫ ਉਹੀ ਜਿਸ ਚੀਜ਼ ਦੇ ਉੱਪਰ ਗੁਰੂ ਨਾਨਕ ਨੂੰ ਪ੍ਰੋਬਲਮ ਹੈ, ਜਿਸ ਚੀਜ਼ ਦੇ ਉੱਤੇ ਗੁਰੂ ਨਾਨਕ ਜਿਹੜੇ ਆ ਉਹ ਡਿਸਐਗਰੀਮੈਂਟ ਵਿੱਚ ਆਉਂਦੇ ਆ, ਅਸੀਂ ਉਸੇ ਚੀਜ਼ ਨੂੰ ਅਪਣਾ ਲਿਆ। ਗੁਰੂ ਨਾਨਕ ਰਿਚੁਅਲਸ ਦੇ ਅਗੇਂਸਟ ਨਹੀਂ, ਗੁਰੂ ਨਾਨਕ ਸਿਰਫ ਜਿਹੜੇ ਫੇਕ ਮਟੀਰੀਅਲਿਸਟਿਕ ਰਿਚੁਅਲਸ ਨੇ ਉਹਨਾਂ ਦੇ ਖਿਲਾਫ ਨੇ। ਤਾਂ ਹੀ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹੋ, ਤਾਂ ਗੁਰੂ ਨਾਨਕ ਕਹਿੰਦੇ ਠੀਕ ਆ, ਹੈ ਨਾ। ਔਰ ਜਦੋਂ ਨਮਾਜ਼ ਦੀ ਗੱਲ ਹੁੰਦੀ ਆ ਉਸ ਤੋਂ ਬਾਅਦ ਉਹਨੂੰ ਕਹਿੰਦੇ ਆ ਕਿ ਭਈ ਮੈਂ ਤਾਂ ਨਹੀਂ ਤੇਰੇ ਨਾਲ ਕੀਤਾ ਕਿਉਂਕਿ ਤੂੰ ਤਾਂ ਆਪ ਇੱਥੇ ਨਹੀਂ ਸੀਗਾ। ਸੋ ਗੁਰੂ ਨਾਨਕ ਨੂੰ ਉਹਨਾਂ ਦੇ ਨਮਾਜ਼ ਪੜ੍ਹਨ ਦੇ ਨਾਲ ਪ੍ਰੋਬਲਮ ਨਹੀਂ ਆ, ਗੁਰੂ ਨਾਨਕ ਨੂੰ ਉਹਨਾਂ ਦੇ ਨਮਾਜ਼ ਪੜ੍ਹਨ ਦੇ ਵਿਖਾਵੇ ਨਾਲ ਪ੍ਰੋਬਲਮ ਹੈ। ਤੇ ਜੇ ਗੁਰੂ ਨਾਨਕ ਨੂੰ ਉਹਨਾਂ ਦੇ ਨਮਾਜ਼ ਪੜ੍ਹਨ ਦੇ ਵਿਖਾਵੇ ਨਾਲ ਪ੍ਰੋਬਲਮ ਹੈ, ਇਸੇ ਤਰੀਕੇ ਨਾਲ ਜਦੋਂ ਉਹ ਜਗਨਨਾਥਪੁਰੀ ਦੇ ਵਿੱਚ ਉਹ ਜਿਹੜੇ ਸਾਧੂ ਜਿਹੜੇ ਨੇ, ਪੰਡਿਤ ਜਿਹੜੇ ਨੇ, ਉਹ ਜਦੋਂ ਸੂਰਜ ਨੂੰ ਚਾਲ ਚੜ੍ਹਾ ਰਹੇ ਨੇ, ਤਾਂ ਗੁਰੂ ਮਹਾਰਾਜ ਉਹਨਾਂ ਨੂੰ ਜਦੋਂ ਕਹਿੰਦੇ ਨੇ ਕਿ ਤੁਸੀਂ ਕਿਉਂ ਚੜ੍ਹਾ ਰਹੇ ਹੋ, ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਉਹ ਕਹਿ ਰਹੇ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਉਹ ਕਿੱਦਾਂ ਹੋਊਗਾ। ਔਰ ਉਸ ਗੱਲ ਦਾ ਜਿਹੜਾ ਹੈ ਉਹ ਕਿਉਂਕਿ ਉਹ ਸਿਰਫ ਇੱਕ ਮਟੀਰੀਅਲਿਸਟਿਕ ਐਕਟ ਕਰ ਰਹੇ ਸੀਗੇ, ਸਿਰਫ ਇੱਕ ਐਕਸ਼ਨ ਸੀ ਉਹਦੇ ਵਿੱਚ ਉਹ ਖੁਦ ਗਾਇਬ ਸੀ, ਖੁਦ ਐਬਸੈਂਟ ਸੀ। ਜੇਕਰ ਉਹ ਉੱਥੇ ਪ੍ਰੈਜ਼ੈਂਟ ਹੁੰਦੇ ਫਿਰ ਗੁਰੂ ਨਾਨਕ ਸ਼ਾਇਦ ਉਹਨਾਂ ਨਾਲ ਕੋਈ ਹੋਰ ਡਾਇਲੋਗ ਕਰਦੇ, ਪਰ ਉਹ ਉਸ ਐਕਟ ਦੇ ਵਿੱਚ ਪ੍ਰੈਜ਼ੈਂਟ ਹੀ ਨਹੀਂ ਸੀਗੇ। ਸੋ ਉਹ ਜਿਹੜਾ ਉਹ ਦਿਖਾਵਾ ਸੀ, ਗੁਰੂ ਨਾਨਕ ਨੂੰ ਉਸ ਦਿਖਾਵੇ ਤੋਂ ਪ੍ਰੋਬਲਮ ਹੈ। ਅੱਜ ਜੇਕਰ ਸਿੱਖ ਅਰਦਾਸ ਦੇ ਵਿੱਚ ਖੜੇ ਹੋ ਜਾਂਦੇ ਆ ਔਰ ਉਹਨਾਂ ਨੂੰ ਪਤਾ ਹੈ ਕਿ ਇੱਕ ਪਰਟੀਕੂਲਰ ਟਾਈਮ ਤੋਂ ਬਾਅਦ ਜਿਹੜੇ ਭਾਈ ਸਾਹਿਬ ਅਰਦਾਸ ਕਰ ਰਹੇ ਨੇ ਉਹਨਾਂ ਨੇ ਕਹਿਣਾ ਬੋਲਣਾ ਜੀ ਵਾਹਿਗੁਰੂ, ਤੇ ਅਸੀਂ ਪਿੱਛੋਂ ਬੋਲਣਾ ਵਾਹਿਗੁਰੂ। ਸਿਰਫ ਜੇ ਆਪਾਂ ਇੱਥੋਂ ਤੱਕ ਸੀਮਤ ਹੋ ਕੇ ਰਹਿ ਗਏ ਤਾਂ ਗੁਰੂ ਨਾਨਕ ਨੂੰ ਸਾਡੇ ਨਾਲ ਵੀ ਪ੍ਰੋਬਲਮ ਹੋਊਗੀ, ਗੁਰੂ ਨਾਨਕ ਸਾਡੇ ਨਾਲ ਵੀ ਡਿਸਐਗਰੀਮੈਂਟ ਵਿੱਚ ਆਉਣਗੇ ਕਿ ਭਾਈ ਤੁਸੀਂ ਕਿਹੜੀ ਅਰਦਾਸ ਦੀ ਗੱਲ ਕਰਦੇ, ਤੁਸੀਂ ਤਾਂ ਅਰਦਾਸ ਦੇ ਵਿੱਚ ਸ਼ਾਮਲ ਹੀ ਨਹੀਂ ਹੋ। ਅਗਰ ਗੁਰੂ ਨਾਨਕ ਨੂੰ ਅਸੀਂ ਆਪਣੀ ਅਰਦਾਸ ਦੇ ਵਿੱਚ ਉਹਨਾਂ ਨੂੰ ਕਹੀਏ ਕਿ ਮਹਾਰਾਜ ਤੁਸੀਂ ਸਾਡੇ ਨਾਲ ਖੜੇ ਹੋਵੋ, ਅਰਦਾਸ ਕਰੋ, ਮਹਾਰਾਜ ਜ਼ਰੂਰ ਖੜੇ ਹੋਣਗੇ, ਪਰ ਅਰਦਾਸ ਉਹਨਾਂ ਨੂੰ ਹੀ ਕਰਨੀ ਹੈ। ਪਰ ਗੁਰੂ ਮਰਿਆਦਾ ਦੇ ਵਿੱਚ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਸਿਧਾਂਤ ਹੈ ਕਿ ਗੁਰੂ ਚੇਲਾ, ਚੇਲਾ ਗੁਰੂ ਹੋ ਜਾਂਦਾ। ਸੋ ਇਸ ਤਰੀਕੇ ਨਾਲ ਅਗਰ ਗੁਰੂ ਮਹਾਰਾਜ ਉੱਥੇ ਖੜੇ ਹੋਣਗੇ ਤਾਂ ਸਾਨੂੰ ਉਹ ਪੁੱਛਣਗੇ ਕਿ ਤੁਸੀਂ ਕਿਹੜੀ ਅਰਦਾਸ ਕਰਦੇ ਪਏ ਹੋ ਭਾਈ, ਤੁਸੀਂ ਤਾਂ ਹੈ ਹੀ ਨਹੀਂ ਇੱਥੇ, ਤੁਹਾਡੀ ਤਾਂ ਬੱਕਰੀ ਖੁੱਲ੍ਹ ਗਈ। ਜੋ ਉਹਨਾਂ ਨੇ ਨਮਾਜ਼ੀਆਂ ਨੂੰ ਕਿਹਾ ਸੀ ਉਹੀ ਗੱਲ ਸਾਨੂੰ ਕਹਿਣਗੇ। ਤੁਹਾਡਾ ਤਾਂ ਧਿਆਨ ਇਹ ਹੈ ਕਿ ਮੈਂ ਆਪਣੇ ਅੱਜ ਆਪਣੀ ਸਬਜ਼ੀ ਕਿਹੜੀ ਬਣਾਉਣੀ ਹੈ, ਤੁਹਾਡਾ ਧਿਆਨ ਤਾਂ ਇਹ ਹੈ ਕਿ ਮੈਂ ਅੱਜ ਕੱਲ੍ਹ ਨੂੰ ਆਫਿਸ ਜਾਣਾ, ਮੈਂ ਕਿਹੜੇ ਕੱਪੜੇ ਪਾ ਕੇ ਜਾਣਾ। ਸੋ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਡਿਸਐਗਰੀਮੈਂਟ ਹੈ ਨਾ, ਸਾਨੂੰ ਉਹ ਸਮਝਣਾ ਪਊਗਾ। ਗੁਰੂ ਨਾਨਕ ਫੇਕਨੈਸ ਦੇ ਉੱਪਰ ਡਿਸਐਗਰੀ ਕਰਦੇ ਨੇ। ਗੁਰੂ ਨਾਨਕ ਤੁਹਾਡੀ ਜਿਹੜਾ ਮਖੌਟੇ ਹੈ ਇਹਨਾਂ ਦੇ ਨਾਲ ਡਿਸਐਗਰੀ ਕਰਦੇ ਨੇ। ਉਹਨਾਂ ਨੂੰ ਕਿਸੇ ਆਰਗੇਨਾਈਜੇਸ਼ਨ ਦਾ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਜਨੇਊ ਨਾਲ ਇਸ ਕਰਕੇ ਪ੍ਰੋਬਲਮ ਨਹੀਂ ਕਿ ਉਹ ਹਿੰਦੂ ਧਰਮ ਦਾ ਹੈ, ਉਹਨਾਂ ਨੂੰ ਜਨੇਊ ਨਾਲ ਇਸ ਕਰਕੇ ਪ੍ਰੋਬਲਮ ਹੈ ਕਿ ਉਹ ਵੰਡੀਆਂ ਪਾਉਂਦਾ। ਔਰ ਜਿਹੜੇ ਲੋਕ ਉਹਨੂੰ ਧਾਰਨ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਉਹ ਉਸ ਵੰਡੀ ਵੱਲ ਜਾ ਰਹੇ ਨੇ, ਉਹ ਵੰਡੀਆਂ ਪਾਉਂਦਾ। ਅਗਰ ਉਹਨਾਂ ਦੇ ਵਿੱਚੋਂ ਕੋਈ ਪੰਡਤ ਵਾਕਈ ਕੋਈ ਲੌਜੀਕਲ ਤਰੀਕੇ ਨਾਲ ਦੱਸ ਸਕਦਾ ਹੁੰਦਾ ਕਿ ਕੀ ਹੈ ਜਨੇਊ, ਤਾਂ ਸ਼ਾਇਦ ਕੁਛ ਗੱਲ ਹੋਰ ਹੁੰਦੀ, ਪਰ ਉਹ ਨਹੀਂ ਦੱਸ ਪਾਉਂਦੇ। ਉਹ ਸਿਰਫ ਇਹ ਗੱਲ ਕਹਿੰਦੇ ਨੇ ਕਿ ਇਹਦੇ ਨਾਲ ਤੁਸੀਂ ਹਿੰਦੂ ਧਰਮ 'ਚ ਆ ਜਾਓਗੇ। ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਆਪਣੀ ਭੈਣ ਵੱਲ ਇਸ਼ਾਰਾ ਕਰਦੇ ਨੇ ਕਿ ਇਹਨਾਂ ਨੂੰ ਵੀ ਪਾਓ। ਉਹਨਾਂ ਨੂੰ ਪੈ ਨਹੀਂ ਸਕਦਾ ਕਿਉਂਕਿ ਉਹ ਔਰਤ ਹੈ। ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਫਿਰ ਆਪਣਾ ਔਖਾ, ਕਿਉਂਕਿ ਹੁਣ ਮੈਂ ਡਿਸਐਗਰੀ ਕਰਦਾ, ਮੈਂ ਵੰਡੀਆਂ ਉੱਤੇ ਡਿਸਐਗਰੀ ਕਰਦਾ। ਸੋ ਗੁਰੂ ਨਾਨਕ ਦਾ ਜਿਹੜਾ ਡਿਸਐਗਰੀਮੈਂਟ ਹੈ ਨਾ, ਸਾਨੂੰ ਉਹ ਸਮਝਣ ਦੀ ਲੋੜ ਹੈ। ਸੋ ਅਰਦਾਸ ਦੀ ਗੱਲ ਜਿਹੜੀ ਹੈ ਉਸੇ ਚੀਜ਼ ਨੂੰ ਅਸੀਂ ਸਮਝਣ ਦੇ ਲਈ ਜਿਹੜਾ ਕਿਰਦਾਰੇ ਖਾਲਸਾ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ, ਇਹਦੇ ਵਿੱਚ ਆਪਾਂ ਇਹ ਕੋਸ਼ਿਸ਼ ਕੀਤੀ ਸੀ ਕਿ ਹਰ ਇੱਕ ਅੱਖਰ ਅਰਦਾਸ ਦਾ ਲੈ ਕੇ ਉਹਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੱਲੇ ਕੱਲੇ ਅੱਖਰ ਦੇ ਵਿੱਚ ਜਦੋਂ ਬੋਲਿਆ ਜਾਵੇ, ਜਦੋਂ ਭਾਈ ਸਾਹਿਬ ਉਹ ਅੱਖਰ ਬੋਲਣ, ਤੇ ਅਸੀਂ ਸਿਰਫ ਉੱਥੇ ਬੁੱਤ ਬਣ ਕੇ ਖੜੇ ਨਾ ਰਹੀਏ, ਅਸੀਂ ਕੱਲੇ ਕੱਲੇ ਅੱਖਰ ਦਾ ਰਸ ਆਪਣੇ ਅੰਦਰ ਲੈ ਕੇ ਆਈਏ। ਜਦੋਂ ਭਾਈ ਸਾਹਿਬ ਕਹਿਣ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗੌਤੀ ਸਿਮਰ ਕੇ, ਤਾਂ ਉਹ ਭਗੌਤੀ ਕੀ ਹੈ ਸਾਨੂੰ ਪਤਾ ਹੋਵੇ। ਪ੍ਰਥਮ ਕਿਉਂ ਸਿਮਰਨਾ ਹੈ ਨੂੰ ਸਾਨੂੰ ਪਤਾ ਹੋਵੇ। ਹੁਣ ਇਹਦੇ ਨਾਲ ਹੀ, ਕਿਉਂਕਿ ਤੁਸੀਂ ਪਿਛਲੀਆਂ ਜਿਹੜੀਆਂ ਐਪੀਸੋਡਸ ਨੇ ਇਹ ਸ਼ਾਇਦ YouTube 'ਤੇ ਹੈਗਾ, ਕਿਉਂਕਿ ਬੜੇ ਪਹਿਲੀਆਂ ਦੇ ਵਿੱਚ ਹੀ ਐਪੀਸੋਡ ਹੋ ਗਏ ਸੀ। ਤਾਂ ਜਦੋਂ ਅਸੀਂ ਕਹਿੰਦੇ ਹਾਂ ਇੱਕ ਓਅੰਕਾਰ, ਉਹ ਇੱਕ ਓਅੰਕਾਰ ਹੈ ਕੀ, ਸਾਨੂੰ ਇਹ ਸਮਝਣਾ ਹੋਊਗਾ। ਉਸ ਇੱਕ ਓਅੰਕਾਰ ਦਾ ਜਦ ਤੱਕ ਸਾਨੂੰ ਸਮਝ ਨਹੀਂ ਆਉਂਦੀ ਤਦ ਤੱਕ ਸਾਨੂੰ ਵਾਹਿਗੁਰੂ ਦੀ ਸਮਝ ਨਹੀਂ ਆਉਣੀ, ਕਿਉਂਕਿ ਜਦੋਂ ਇੱਕ ਓਅੰਕਾਰ ਦੀ ਸਮਝ ਆਊਗੀ ਫਿਰ ਪਤਾ ਲੱਗੂਗਾ ਕਿ ਵਾਹਿਗੁਰੂ ਕਿਉਂ ਹੈ
है ना, क्योंकि वो फिर ਤੁਹਾਡੇ ਅੰਦਰੋਂ ਭਾਵ ਪੈਦਾ ਹੁੰਦਾ। ਜਦੋਂ ਮੈਂ ਏਕ ਓਂਕਾਰ ਦੇ ਉੱਪਰ ਪੂਰਾ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ, ਗੁਰੂ ਮਹਾਰਾਜ ਨੂੰ ਬੇਨਤੀ ਜੋਦੜੀ ਕਰਕੇ, ਕਿਉਂਕਿ ਕਿਤਾਬਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਲੱਖਾਂ ਹੀ PhDs ਕਰ ਲਏ, ਇੱਕ ਓਂਕਾਰ ਨੂੰ ਡੀਕੋਡ ਕਰਨਾ ਇੰਪੋਸੀਬਲ ਹੈ। ਔਰ ਇਹ ਮੈਂ PhD ਕਰਨ ਤੋਂ ਬਾਅਦ ਹੀ ਕਹਿ ਰਹੀ ਹਾਂ, ਕਿਉਂਕਿ ਸਾਡੇ ਲੋਕਾਂ ਦੀ ਮੈਜੋਰਿਟੀ ਪ੍ਰੋਬਲਮ ਇਹ ਹੈ ਕਿ ਅਸੀਂ ਇੰਨੇ ਜ਼ਿਆਦਾ ਕੋਲੋਨਾਈਜ਼ਡ ਮਾਈਂਡ ਆ ਸਾਡਾ ਕਿ ਸਾਨੂੰ ਲੱਗਣ ਲੱਗ ਜਾਂਦਾ ਜਿਹੜੀਆਂ ਚੀਜ਼ਾਂ ਬਾਹਰਲੇ ਮੁਲਕਾਂ 'ਚ ਹੈਗੀਆਂ ਉਹ ਸਹੀ ਆ, ਬਾਕੀ ਸਭ ਗਲਤ ਆ। ਸੋ ਇਸ ਕਰਕੇ ਮੈਂ ਇਹ ਗੱਲ ਆਪਣੇ ਪੂਰੇ ਹੋਸ਼ ਹਵਾਸ ਦੇ ਵਿੱਚ, ਐਕਸਪੀਰੀਅੰਸ ਦੇ ਵਿੱਚੋਂ ਕਹਿ ਰਹੀ ਹਾਂ। ਕਈ PhDs ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਇੰਝ ਹੀ ਸੁੱਟੀਆਂ ਜਾ ਸਕਦੀਆਂ। ਸਿਰਫ ਇੱਕ ਗੁਰੂ ਨਾਨਕ ਦੀ ਇੱਕ ਓਂਕਾਰ ਦੇ ਉੱਤੇ ਕਈ PhDs ਜਿਹੜੀਆਂ ਉਹ ਇੰਝ ਹੀ, ਉਹ ਸਿਰਫ ਰੱਦੀ ਹੈ। ਸਿਰਫ ਇੱਕ ਓਂਕਾਰ ਦੇ ਉੱਤੇ ਕਈ PhDs, ਇੱਕ ਅੱਧੀ PhD ਗੱਲ ਛੱਡ ਦਿਓ। ਸੋ ਜਦੋਂ ਆਪਾਂ ਗੁਰੂ ਨਾਨਕ ਦੀ ਗੱਲ ਕਰਨੀ ਹੈ ਤਾਂ ਸਾਨੂੰ ਗੁਰੂ ਨਾਨਕ ਦੇ ਹੀ ਸ਼ਰਨ ਦੇ ਵਿੱਚ ਜਾ ਕੇ ਗੱਲ ਕਰਨੀ ਪਊਗੀ। ਸਾਨੂੰ ਗੁਰੂ ਨਾਨਕ ਦੇ ਸਾਹਮਣੇ ਹੀ ਉਹਨਾਂ ਅੱਗੇ ਬੇਨਤੀ ਕਰਨੀ ਪਊਗੀ, ਉਹਨਾਂ ਅੱਗੇ ਹੀ ਜੋਦੜੀ ਕਰਨੀ ਪਊਗੀ ਕਿ ਮਹਾਰਾਜ ਤੁਸੀਂ ਕਿਰਪਾ ਕਰਕੇ ਸਾਨੂੰ ਸਮਝਾਓ। ਤਾਂ ਉਸ ਤੋਂ ਬਾਅਦ ਕੱਲਾ ਜਿਹੜਾ ਅੱਖਰ ਹੈ ਜਦੋਂ ਆਪਾਂ ਸਮਝਣਾ ਸ਼ੁਰੂ ਕਰ ਦਾਂਗੇ ਨਾ, ਮੈਂ ਭਗੌਤੀ ਦੀ ਗੱਲ ਕਰ ਰਹੀ ਸੀਗੀ, ਅਤੇ ਭਗੌਤੀ ਹੁਣ ਜਦੋਂ ਆਪਾਂ ਸਮਝਣਾ ਸ਼ੁਰੂ ਕਰਾਂਗੇ ਫਿਰ ਸਾਡੇ 'ਚ ਕੌਨਫਲਿਕਟ ਵੀ ਖਤਮ ਹੋ ਜਾਣਗੇ। ਭਗੌਤੀ ਇੱਕ ਐਸਾ ਵਰਡ ਹੈ ਜਿਹਦੇ ਉੱਪਰ ਸਿੱਖਾਂ ਦੇ ਵਿੱਚ ਆਪਣਾ ਹੀ ਇੱਕ ਅਲੱਗ ਹੀ ਕੌਨਫਲਿਕਟ ਹੈ। ਕੋਈ ਕਹਿੰਦਾ ਜੀ ਭਗੌਤੀ ਤਾਂ ਦੇਵੀ ਨੂੰ ਸੰਬੋਧਿਤ ਕੀਤਾ ਗਿਆ, ਕੋਈ ਕਹਿੰਦਾ ਜੀ ਭਗੌਤੀ ਜਿਹੜੀ ਹੈ ਸ਼ਮਸ਼ੀਰ ਨੂੰ ਸੰਬੋਧਿਤ ਕੀਤਾ ਗਿਆ। ਆਪਾਂ ਕੋਸ਼ਿਸ਼ ਕੀਤੀ ਸੀ ਸੰਗਤ ਦੀ ਕਿਰਪਾ ਦੇ ਨਾਲ, ਸੰਗਤ ਦੇ ਆਸ਼ੀਰਵਾਦ ਦੇ ਨਾਲ, ਗੁਰੂ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਇਹ ਕੋਸ਼ਿਸ਼ ਕੀਤੀ ਸੀ ਕਿ ਭਗੌਤੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕੋਰਡਿੰਗ ਕੀ ਹੈ ਉਹ ਸੰਗਤ ਦੇ ਨਾਲ ਸਾਂਝਾ ਕੀਤਾ ਜਾ ਸਕੇ। ਮੈਨੂੰ ਨਹੀਂ ਪਤਾ ਮੈਂ ਕਿੰਨੀ ਕੁ ਕਾਮਯਾਬ ਹਾਂ, ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਕੁ ਫੇਲੀਅਰ ਹਾਂ, ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਮੈਂ ਬੋਲਦੀ ਹਾਂ ਉਹ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ, ਨਾ ਮੇਰੀ ਕੋਈ ਔਕਾਤ ਆ ਬੋਲਣ ਦੀ। ਸੋ ਇਸ ਕਰਕੇ ਜਦੋਂ ਉਹੋ ਜਿਹੇ ਵਰਡਸ ਕੱਲਾ ਅੱਖਰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਾਨੂੰ ਸਮਝਣ ਦੀ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਅਰਦਾਸ ਕਰਦੇ ਹੋਏ ਅਸੀਂ ਗੁਰੂ ਦੇ ਨਾਲ ਇੱਕਮਿਕ ਹੋਣਾ ਸ਼ੁਰੂ ਹੋ ਜਾਵਾਂਗੇ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇੱਕ ਓਂਕਾਰ ਕੀ ਹੈ, ਫਿਰ ਵਾਹਿਗੁਰੂ ਕੀ ਹੈ, ਫਿਰ ਉਸ ਤੋਂ ਬਾਅਦ ਸਾਨੂੰ ਸਮਝ ਲੱਗ ਗਿਆ ਭਗੌਤੀ ਕੀ ਹੈ ਨਾ, ਫਿਰ ਸਾਨੂੰ ਸਮਝ ਲੱਗ ਗਿਆ ਕਿ ਗੁਰੂ ਨਾਨਕ ਦੀ ਜਦੋਂ ਮੈਂ ਗੱਲ ਕਰਨੀ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਆਉਣਾ ਹੈ ਅਰਦਾਸ ਦੇ ਵਿੱਚ, ਤਾਂ ਮੇਰੇ ਅੰਦਰ ਕੀ ਹੋਣਾ ਚਾਹੀਦਾ। ਮੈਂ ਕਿਆ ਗੁਰੂ ਨਾਨਕ ਨੂੰ ਸਿਰਫ ਇੱਕ ਚਿੱਟੀ ਦਾੜੀ ਵਾਲਾ ਜਿਹੜਾ ਇੰਜ ਕਰਕੇ ਉਹਨਾਂ ਨੇ ਫੋਟੋ ਦੇ ਵਿੱਚ ਖੜਾ ਕੀਤਾ, ਉਹਦੇ ਹੱਥ ਦੇ ਉੱਤੇ ਮਾਲਾ ਪਾਈਆਂ, ਮੇਰੇ ਅੱਗੇ ਸਿਰਫ ਇੱਕ ਉਹ ਆਉਣਾ ਚਾਹੀਦਾ, ਜਾਂ ਉਹ ਪੈਗੰਬਰ ਆਉਣਾ ਚਾਹੀਦਾ ਜਿਹੜਾ ਧਰਮ ਦੀ ਗੱਲ ਵੀ ਕਰਦਾ, ਜਿਹੜਾ ਸੁਸਾਇਟੀ ਦੀ ਗੱਲ ਵੀ ਕਰਦਾ, ਜਿਹੜਾ ਕਲਚਰ ਦੀ ਗੱਲ ਵੀ ਕਰਦਾ, ਜਿਹੜਾ ਪੋਲੀਟਿਕਸ ਦੀ ਗੱਲ ਵੀ ਕਰਦਾ, ਜਿਹੜਾ ਰਾਜ ਦੀ ਗੱਲ ਵੀ ਕਰਦਾ, ਮੇਰੇ ਅੱਗੇ ਉਹ ਆਉਣਾ ਚਾਹੀਦਾ। ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਤਰੀਕੇ ਨਾਲ ਆਪਾਂ ਗੁਰਬਾਣੀ ਦੇ ਵਿੱਚੋਂ, ਗੁਰਬਾਣੀ ਦੇ ਹਵਾਲਿਆਂ ਤੋਂ ਉਹਨਾਂ ਦੀ ਜੀਵਨੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਯਕੀਨ ਮੰਨਿਆ ਜੇ ਮੀਰੀ ਤੇ ਪੀਰੀ ਦਾ ਸਿਧਾਂਤ ਗੁਰੂ ਨਾਨਕ ਦੇ ਵਿੱਚ ਦਿਖਦਾ, ਕਿਉਂਕਿ ਉਹ ਸਿਧਾਂਤ ਹੀ ਉਹਨਾਂ ਦਾ ਹੈ ਨਾ। ਸਾਡੀ ਪ੍ਰੋਬਲਮ ਕੀ ਹੋ ਗਈ ਕਿ ਅਸੀਂ ਕਹਿਤਾ ਮੀਰੀ ਪੀਰੀ ਕਿਹਨੇ ਦਿੱਤਾ, 6ਵੇਂ ਪਾਤਸ਼ਾਹ ਨੇ। ਅੰਮ੍ਰਿਤ ਕਿਹਨੇ ਛਕਾਇਆ, 10ਵੇਂ ਪਾਤਸ਼ਾਹ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ, ਉਹਨਾਂ ਨੇ ਸਿਰਫ ਜੀ ਉਦਾਸੀਆਂ ਕੀਤੀਆਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੀਆਂ ਜੇ ਮੀਰੀ ਪੀਰੀ ਦਾ ਸਿਧਾਂਤ ਹੈ ਤਾਂ ਉਹ ਗੁਰੂ ਨਾਨਕ ਦਾ ਸਿਧਾਂਤ ਹੈ, ਜਿਹਨੂੰ ਅਮਲੀ ਜਾਮਾ 6ਵੇਂ ਪਾਤਸ਼ਾਹ ਪਹਿਨਾਉਂਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ, ਇਹੋ ਜਿਹੇ ਕੌਨਫਲਿਕਟਸ ਜਿਹੜੇ ਨੇ ਉਹ ਅਸੀਂ ਇਸ ਪ੍ਰੋਗਰਾਮ ਦੇ ਥਰੂ ਜਿਹੜੇ ਆ ਉਹ ਦੂਰ ਕਰਨ ਦੀ ਕੋਸ਼ਿਸ਼ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਮਹਾਰਾਜ ਮਿਹਰ ਕਰਨ ਤਾਂ ਜ਼ਰੂਰ ਕਿਤੇ ਨਾ ਕਿਤੇ ਤਾਂ ਆਪਾਂ ਪਹੁੰਚਾਂਗੇ। ਹੁਣ ਗੁਰੂ ਨਾਨਕ ਦਾ ਜਦੋਂ ਅਸੀਂ, ਕਿਉਂਕਿ ਜਿਹੜੀ ਆਪਾਂ ਗੱਲ ਕਰ ਰਹੇ ਜੈਂਡਰ ਇਕੁਐਲਿਟੀ ਦੀ, ਹੁਣ ਜਦੋਂ ਜਿਹੜੀ ਮੀਰੀ ਪੀਰੀ ਦੇ ਸਿਧਾਂਤ ਦੀ ਮੈਂ ਗੱਲ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਸਾਨੂੰ ਉਹ ਸਿਧਾਂਤ ਦਿੰਦੇ ਨੇ। ਉਹ ਕਿੱਦਾਂ ਸਿਧਾਂਤ ਦਿੰਦੇ ਨੇ? ਗੁਰੂ ਨਾਨਕ, ਆਪਾਂ ਇਹ ਗੱਲ ਡਿਸਕਸ ਕੀਤੀ ਸੀ ਫਰੋਮ ਦ ਵੈਰੀ ਫਸਟ ਬਿਗਨਿੰਗ, ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਲਾਈਫ ਦੇ ਉੱਤੇ, ਉਹਨਾਂ ਦੇ ਸਿਧਾਂਤਾਂ ਦੇ ਉੱਤੇ, ਜੋ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ ਨੇ, ਜੋ ਉਹਨਾਂ ਨੇ ਪੂਰਨੇ ਪਾਏ, ਔਰ ਉਹਨਾਂ ਪੂਰਨਿਆਂ ਦੇ ਉੱਤੇ ਅਗਲੇ ਜਿਹੜੇ 9 ਸਾਹਿਬ ਗੁਰੂ ਸਾਹਿਬਾਨ ਨੇ ਉਹਨਾਂ ਨੇ ਸਾਡੀ ਤਿਆਰੀ ਕਰਾਈ, ਪ੍ਰੈਕਟੀਕਲ ਐਗਜ਼ਾਮਪਲਸ ਦੇ ਨਾਲ ਉਹਨਾਂ ਸਾਨੂੰ ਦ੍ਰਿੜ ਕਰਾਇਆ। ਆਪਾਂ ਉਹਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਆਪਾਂ ਜੀਵਨੀ ਸ਼ੁਰੂ ਹੀ ਕਰਦੇ ਹਾਂ ਤਾਂ ਜੈਂਡਰ ਇਕੁਐਲਿਟੀ ਦੀ ਗੱਲ ਆ ਜਾਂਦੀ ਹੈ, ਜਿਵੇਂ ਉਹਦੇ ਵਿੱਚ ਸੋਸ਼ਲ ਇਕੁਐਲਿਟੀ ਦੀ ਗੱਲ ਆ ਜਾਂਦੀ ਹੈ। ਉਸ ਤੋਂ ਬਾਅਦ ਕਲਚਰਲ ਇਕੁਐਲਿਟੀ ਦੀ ਵੀ ਗੱਲ ਆਉਂਦੀ ਹੈ, ਕਿਉਂਕਿ ਉਹ ਧਰਮਸ਼ਾਲਾ ਵੀ ਨਾਲ ਬਣਾ ਰਹੇ ਆ ਨਾ। ਜਿੱਥੇ ਜਿੱਥੇ ਉਹ ਜਾ ਰਹੇ ਨੇ ਗੁਰੂ ਮਹਾਰਾਜ, ਉੱਥੇ ਉੱਥੇ ਉਹ ਧਰਮਸ਼ਾਲਾ ਵੀ ਇਸਟੈਬਲਿਸ਼ ਕਰ ਰਹੇ ਆ। ਹੁਣ ਧਰਮਸ਼ਾਲਾ ਦੇ ਵਿੱਚ ਜਿਹੜਾ ਗੁਰੂ ਆਪ ਸੋਸ਼ਲ ਡਿਵੀਜ਼ਨਸ ਨੂੰ ਨਹੀਂ ਮੰਨਦਾ,
ਉੱਥੇ ਜਾ ਕੇ ਧਰਮਸ਼ਾਲਾ ਦੇ ਵਿੱਚ ਸੋਸ਼ਲ ਡਿਵੀਜ਼ਨਸ ਨਹੀਂ ਹੋ ਸਕਦੀਆਂ। ਤੇ ਜਦੋਂ ਸੋਸ਼ਲ ਡਿਵੀਜ਼ਨਸ ਨਹੀਂ ਹੋਣਗੇ, ਜਦੋਂ ਅਲੱਗ-ਅਲੱਗ ਲੋਕ ਨਹੀਂ ਹੋਣਗੇ, ਤਾਂ ਇੱਕ ਕਲਚਰਲ ਰਿਫੋਰਮ ਵੀ ਹੋ ਰਿਹਾ ਹੈ ਉੱਥੇ। ਉਹਦੇ ਨਾਲ ਨਾਲ ਹੀ ਉਹ ਇੱਕ ਸਾਨੂੰ ਇਕਨੋਮਿਕ ਸਟਰਕਚਰ ਵੀ ਦਿੰਦੇ ਨੇ ਕਿ ਤੁਸੀਂ ਜਦੋਂ ਕਹਿੰਦੇ ਨੇ ਕਿ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ, ਤਾਂ ਉਹ ਇੱਕ ਸਾਨੂੰ ਇਕਨੋਮਿਕ ਸਟਰਕਚਰ ਵੀ ਦਿੰਦੇ ਨੇ। ਪੂਰਾ ਆਪਾਂ ਧਿਆਨ ਦਈਏ ਇਹਨਾਂ ਤਿੰਨਾਂ ਅੱਖਰਾਂ ਦੇ ਵਿੱਚ ਹੀ, ਤਾਂ ਸਾਨੂੰ ਇੱਕ ਗੁਰੂ ਮਹਾਰਾਜ ਨੇ ਪੂਰਾ ਸਟਰਕਚਰ ਦਿੱਤਾ ਹੈ। ਉਹ ਸਟਰਕਚਰ ਦੇ ਉੱਪਰ ਚੱਲਦੇ ਹਾਂ, ਜਦੋਂ ਆਪਾਂ ਕਿਰਤ ਕਰਨ ਦੀ ਗੱਲ ਕਰਦੇ ਹਾਂ ਤਾਂ ਉਹ ਇਕਨੋਮਿਕ ਸਟਰਕਚਰ ਹੈ। ਪਰ ਉਸ ਤੋਂ ਬਾਅਦ ਉਹ ਕਿਰਤ ਕਰਤਾ ਲਈ, ਹੁਣ ਉਸ ਤੋਂ ਬਾਅਦ ਉਹਨੂੰ ਖਰਚਣਾ ਕਿਵੇਂ ਆ, ਤਾਂ ਉਹ ਵੰਡ ਛਕਣ ਦੀ ਗੱਲ ਕਰਦੇ ਨੇ। ਤਾਂ ਉਹ ਇੱਕ ਪ੍ਰੋਪਰ ਜਿਹੜੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਦੀ ਗੱਲ ਹੈ ਨਾ, ਉਹ ਉੱਥੇ ਆਉਂਦੀ ਆ। ਉਹ ਸਾਨੂੰ ਪੂਰੀ ਕਮਿਊਨਿਟੀ ਨੂੰ ਇੱਕ ਧਾਗੇ 'ਚ ਪਰੋਂਦੇ ਨੇ ਗੁਰੂ ਮਹਾਰਾਜ। ਤਾਂ ਇਹਦੇ ਵਿੱਚ ਹੀ ਹੁਣ ਪੋਲੀਟੀਕਲ ਦੀ ਜਦੋਂ ਗੱਲ ਆਊਗੀ, ਬਹੁਤ ਸਾਰੇ ਲੋਕ ਕਹਿੰਦੇ ਨਹੀਂ ਜੀ ਗੁਰੂ ਨਾਨਕ ਦਾ ਤਾਂ ਜੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ। ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠ ਕੇ ਸਾਨੂੰ ਕਹਿੰਦੇ ਨੇ ਕਿ ਮੈਂ ਬਾਬਰ ਨੂੰ ਕਿਹਾ ਕਿ ਬਾਬਰ ਤੂੰ ਬਾਬਰ ਨਹੀਂ ਹੈ, ਤੂੰ ਜਾਬਰ ਹੈ। ਗੁਰੂ ਮਹਾਰਾਜ ਜਦੋਂ ਬਾਬਰ ਦੇ, ਔਰ ਬਾਬਰ ਉਸ ਸਮੇਂ ਕੌਣ ਸੀ? ਹੁਕਮਰਾਨ ਸੀ। ਔਰ ਹੁਕਮਰਾਨ ਦੇ ਸਾਹਮਣੇ ਕਹਿ ਦੇਣਾ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਕਾਇਦਾ ਦਰਜ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਇਆ। ਹੁਣ ਪਾਪ ਕੀ ਜੰਜ ਬਾਬਰ ਲੈ ਕੇ ਆ ਰਿਹਾ ਹੈ। ਹੁਣ ਗੁਰੂ ਨਾਨਕ, ਇਹ ਆਪਾਂ ਜਰਾ ਆਪਣੀ ਜਿਹੜੀ ਕੌਨਸ਼ੀਅਸਨੈਸ ਆ ਨਾ, ਉਹਨੂੰ ਪਿਛਲੇ ਕੁਝ ਸਮੇਂ ਦੇ ਵਿੱਚ ਲੈ ਕੇ ਜਾਈਏ। ਉਹ ਵੇੜਾ ਕਿਹੋ ਜਿਹਾ ਸੀ ਜਿੱਥੇ ਧਾੜ ਵੀ ਆ ਰਹੇ ਸੀ। ਬਾਬਰ ਉਸ ਸਮੇਂ ਰੂਲ ਕਰ ਰਿਹਾ, ਔਰ ਬੜਾ ਉਹਦੇ ਕੋਲ ਪਾਵਰ ਵੀ ਬਹੁਤ ਹੈ, ਉਹਦੇ ਕੋਲ ਲੋਕ ਵੀ ਬਹੁਤ ਨੇ। ਅੱਜ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਆਪਾਂ ਲੋਕ ਆ ਨਾ, ਆਪਾਂ ਕਹਿੰਦੇ ਆ ਕਿ ਜਿਹੜੀ ਸੱਤਾ ਧਿਰ ਹੈ ਨਾ, ਜਿਹੜੀ ਰੂਲ ਕਰ ਰਹੀ ਹੈ ਨਾ, ਉਹਦੇ ਨਾਲ ਆਪਾਂ ਸੰਧੀ ਕਰ ਲਈਏ, ਉਹਦੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਮੰਨ ਲਈਏ, ਕਿਉਂਕਿ ਰਾਜਨੀਤਿਕ ਤੌਰ 'ਤੇ ਹੀ ਸਹੀ ਹੈ। ਮੈਨੂੰ ਕਈ ਲੋਕਾਂ ਦੀ ਹੈਰਾਨੀ ਵੀ ਹੁੰਦੀ ਹੈ, ਉਹਨਾਂ ਦੀ ਮੱਤ ਦੀ ਹੈਰਾਨੀ ਹੁੰਦੀ ਹੈ। ਇਹੀ ਫਰਕ ਹੈ। ਮੈਂ ਜਦੋਂ ਕਹਿੰਦੀ ਹਾਂ ਨਾ ਕਿ ਜਦੋਂ ਅਸੀਂ ਬਾਰ-ਬਾਰ ਇਹ ਗੱਲ ਰਿਪੀਟ ਕਰਦੇ ਹਾਂ ਕਿ ਗੁਰੂ ਨਾਨਕ ਦਾ ਰਸਤਾ ਜਿਹੜਾ ਹੈ, ਉਹ ਜਿਹੜਾ ਸਿੱਖ ਦਾ ਰਸਤਾ ਜੋ ਗੁਰੂ ਨਾਨਕ ਨੇ ਸਾਨੂੰ ਦਿੱਤਾ, ਉਹ ਕਿਸੇ ਹੋਰ ਚੀਜ਼ ਨਾਲ ਮੈਚ ਨਹੀਂ ਕਰਦਾ। ਉਹਦੇ ਪੈਰਲਲ ਦੁਨੀਆ 'ਚ ਕੋਈ ਚੀਜ਼ ਖੜੀ ਨਹੀਂ ਹੋ ਸਕਦੀ। ਕਿਉਂ? ਪਿੱਛੇ ਜੇ ਹੁਣੀ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਬੜੇ ਵਿਦਵਾਨ ਪੱਤਰਕਾਰ ਨੇ, ਉਹਨਾਂ ਦੀ ਇੱਕ ਗੱਲਬਾਤ ਚੱਲ ਰਹੀ ਸੀ। ਤਾਂ ਯੂਕਰੇਨ ਦਾ ਜਿਹੜਾ ਯੁੱਧ ਚੱਲ ਰਿਹਾ, ਉਹਦੀ ਗੱਲ ਚੱਲ ਰਹੀ ਸੀਗੀ ਕਿ ਯੂਕਰੇਨ ਦੇ ਯੁੱਧ ਦੇ ਵਿੱਚ ਜਿਹੜਾ ਭਾਰਤ ਹੈ, ਉਹਨੇ ਆਪਣਾ ਉਹਨੇ ਕੋਈ ਨਾ ਤਾਂ ਉਹਨੇ ਹਾਂ 'ਚ ਬੋਲਿਆ ਨਾ 'ਚ ਬੋਲਿਆ, ਉਹ ਨਿਊਟਰਲ ਰਿਹਾ। ਤਾਂ ਜਿਹੜੇ ਪੱਤਰਕਾਰ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਦੇਖੋ, ਸਾਡੇ ਨਰਿੰਦਰ ਮੋਦੀ ਨਾਲ ਜਿੰਨੇ ਮਰਜ਼ੀ ਲੱਖ ਵਖਰੇਵੇਂ ਹੋਣੇ ਵੀ ਚਾਹੀਦੇ ਆ, ਅਸੀਂ ਉਹਦਾ ਜਿਹੜਾ ਐਨਾਲਿਸਿਸ ਉਹ ਵੀ ਕਰਦੇ ਰਹਾਂਗੇ, ਕ੍ਰਿਟੀਸਾਈਜ਼ ਵੀ ਕਰਦੇ ਰਹਾਂਗੇ। ਪਰ ਇਸ ਸਮੇਂ ਜੋ ਉਹਨਾਂ ਦਾ ਸਟੈਂਡ ਹੈ ਨਰਿੰਦਰ ਮੋਦੀ ਦਾ, ਉਹ ਬਿਲਕੁਲ ਸਹੀ ਸਟੈਂਡ ਹੈ, ਕਿਉਂਕਿ ਉੱਥੇ ਸਾਡੇ ਬੱਚੇ ਫਸੇ ਹੋਏ ਆ। ਔਰ ਉਹਦੇ ਨਾਲ ਕੀ ਹੈ ਕਿ ਸਾਨੂੰ ਉਹਨਾਂ ਨੂੰ ਵੀ ਕਢਾਉਣਾ, ਔਰ ਨਾਲੇ ਵੈਸੇ ਵੀ ਕਿਉਂਕਿ ਰਸ਼ੀਆ ਦੇ ਨਾਲ ਵੀ ਇੰਡੀਆ ਦੀ ਦੋਸਤੀ ਹੈ, ਔਰ ਅਮਰੀਕਾ ਦੇ ਨਾਲ ਵੀ ਦੋਸਤੀ ਹੈ, ਤਾਂ ਉਹ ਕਿਸੇ ਵੀ ਪਾਸੇ ਨਹੀਂ ਜਾ ਸਕਦਾ। ਜੇ ਉਹ ਹਾਂ ਦੇ ਵਿੱਚ ਜੇ ਉਹ ਕਹੂਗਾ ਕਿ ਰਸ਼ੀਆ ਗਲਤ ਕਰ ਰਿਹਾ, ਤਾਂ ਅਮਰੀਕਾ ਪੈਸੀਫਾਈ ਹੋ ਜਾਊਗਾ, ਰਸ਼ੀਆ ਖਿਲਾਫ ਹੋ ਜਾਊਗਾ। ਜੇ ਉਹ ਕਹੂਗਾ ਕਿ ਅਮਰੀਕਾ ਜਿਹੜਾ ਹੈ ਉਹ ਜਾਂ ਕਹਿ ਲਓ ਕਿ ਰਸ਼ੀਆ ਸਹੀ ਕਰ ਰਿਹਾ, ਫਿਰ ਅਮਰੀਕਾ ਖਿਲਾਫ ਹੋ ਜਾਊਗਾ। ਸੋ ਇਹ ਜਿਹੜੀ ਹੈ ਕਹਿੰਦੇ ਕੂਟਨੀਤੀ ਹੁੰਦੀ ਹੈ। ਬਿਲਕੁਲ ਉਹਨਾਂ ਦੀ ਗੱਲ ਸਹੀ ਹੈ। ਹੁਣ ਇੱਥੋਂ ਜੇ ਦੇਖਿਆ ਜਾਵੇ ਤਾਂ ਜੋ ਉਹ ਕਹਿ ਰਹੇ ਨੇ ਉਹ ਬਿਲਕੁਲ ਸਹੀ ਕਹਿ ਰਹੇ ਨੇ, ਉਹ 'ਚ ਕੋਈ ਗਲਤੀ ਨਹੀਂ ਹੈ। ਪਰ ਜੇ ਹੁਣ ਮੈਂ ਸਿੱਖ ਹੋ ਕੇ ਦੇਖਾਂ, ਜੇ ਮੈਂ ਗੁਰੂ ਨਾਨਕ ਦੇ ਫਲਸਫੇ ਦੇ ਨਾਲ ਦੇਖਾਂ, ਤਾਂ ਫਿਰ ਇੱਥੇ ਗਲਤੀ ਹੈ, ਕਿਉਂਕਿ ਯੂਕਰੇਨ ਦੇ ਉੱਤੇ ਧਾੜਵੀਆਂ ਨੇ ਹਮਲਾ ਕੀਤਾ। ਰਸ਼ੀਆ ਦੇ ਕੋਲ ਯੂਕਰੇਨ ਨਹੀਂ ਗਿਆ ਹਮਲਾ ਕਰਨ, ਯੂਕਰੇਨ ਦੇ ਉੱਪਰ ਰਸ਼ੀਆ ਨੇ ਹਮਲਾ ਕੀਤਾ। ਸੋ ਐਜ਼ ਅ ਸਿੱਖ ਮੈਨੂੰ ਇਹ ਕੂਟਨੀਤੀ ਦੇ ਵਿੱਚ ਨਾ ਪੈਂਦੇ ਹੋਏ, ਜੇ ਮੇਰਾ ਗੁਰੂ ਨਾਨਕ ਹੋਵੇ ਤਾਂ ਉਹ ਰਸ਼ੀਆ ਦੇ ਵਲਾਦੀਮੀਰ ਪੁਤਨ ਨੂੰ ਜ਼ਰੂਰ ਕਹੂਗਾ ਕਿ ਤੂੰ ਜਾਬਰ ਹੈ, ਇਸ ਗੱਲ ਤੋਂ ਬਿਨਾਂ ਡਰੇ ਕਿ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ। ਮੈਂ ਇਹ ਗੱਲ ਇਸ ਸਮੇਂ ਕਿਉਂ ਕਰ ਰਹੀ ਹਾਂ, ਕਿਉਂਕਿ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਨਾ, ਤੇ ਸਿੱਖੀ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਡਬਲ ਫੇਸ ਨਹੀਂ ਹੋ ਸਕਦਾ। ਤੁਸੀਂ ਆਹ ਵੀ ਰੱਖ ਲਓ ਤੇ ਤੁਸੀਂ ਉਹ ਵੀ ਰੱਖ ਲਓ, ਇੰਝ ਨਹੀਂ ਹੋ ਸਕਦਾ। ਸਿੱਖੀ ਦੇ ਵਿੱਚ ਤੁਹਾਡੇ ਜਿਹੜੇ ਪੈਰਾਮੀਟਰਸ ਨੇ, ਜੋ ਤੁਹਾਡੇ ਸਿਧਾਂਤ ਨੇ, ਉਹ ਬੜੇ ਕ੍ਰਿਸਟਲ ਕਲੀਅਰ ਨੇ। ਜਾਂ ਤਾਂ ਤੁਸੀਂ ਸਿੱਖ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ। ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਜਾ ਸਕਦੀਆਂ। ਇਹ ਨਹੀਂ ਹੋ ਸਕਦਾ ਕਿ ਆਪਾਂ ਦੋਨੋਂ ਹੀ ਚੀਜ਼ਾਂ ਦੇ ਵਿੱਚ ਲਈ ਚੱਲੀਏ ਕਿ ਆਹ ਵੀ ਕਰ ਲਓ ਤੇ ਆਹ ਵੀ। ਮੈਂ ਇਹਦੇ ਨਾਲ ਵੀ ਹਾਂ, ਉਂਝ ਮੈਂ ਹਿਊਮਨ ਰਾਈਟਸ ਤਾਂ ਬਿਲਕੁਲ ਮਾਨਤਾ ਹੈਗੀ ਆ ਮੈਨੂੰ, ਪਰ ਜਿੱਥੇ ਲੋਕ ਮਰ ਰਹੇ ਮੈਂ ਉੱਥੇ ਕਿਉਂ ਬੋਲਾਂ, ਮੇਰਾ ਨੁਕਸਾਨ ਹੋ ਜਾਊਗਾ। ਇਹ ਨਹੀਂ ਹੋ ਸਕਦਾ। ਸਿੱਖੀ ਦੇ ਵਿੱਚ ਤੁਹਾਨੂੰ ਜਿੱਥੇ ਕਿਤੇ ਵੀ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ, ਉੱਥੇ ਸਿੱਖ ਨੂੰ ਬੋਲਣਾ ਹੀ ਪਊਗਾ, ਚਾਹੇ ਉਹਦਾ ਜੋ ਮਰਜ਼ੀ ਨੁਕਸਾਨ ਹੋ ਜੇ।
ਇਹੀ ਗੁਰੂ ਨਾਨਕ ਦੀ ਸਿੱਖੀ ਹੈ। ਔਰ ਇਸੇ ਕਰਕੇ ਹੀ 5 ਸਿਰ ਮੰਗੇ ਜਾਂਦੇ ਆ। ਐਸਾ ਕੋਈ ਹੋਰ ਧਰਮ ਨਹੀਂ ਜਿਹਦੀ ਜਿਹੜੀ ਨੀਂਹ ਹੈ ਨਾ ਉਹ ਰੱਖੀ ਜਾਵੇ 5 ਸਿਰਾਂ ਦੇ ਉੱਤੇ। ਇਸੇ ਲਈ ਮੰਗੇ ਜਾਂਦੇ, ਕਿਉਂਕਿ ਸਿਰ ਧਰ ਤਲੀ ਗਲੀ ਮੁਰੀ ਆਓ, ਸਿਰ ਤਲੀ ਤੇ ਧਰ ਕੇ ਹੀ ਸਿੱਖੀ ਵੱਲ ਜਾਇਆ ਜਾ ਸਕਦਾ। ਹੋਰ ਕੱਚੇ ਪਿੱਲਿਆਂ ਦਾ ਇੱਥੇ ਕੋਈ ਕੰਮ ਨਹੀਂ, ਮੇਰੇ ਵਰਗਿਆਂ ਦਾ ਕੋਈ ਕੰਮ ਨਹੀਂ। ਅਸੀਂ ਸਿਰਫ ਬੋਲ ਸਕਦੇ ਹਾਂ, ਜਿੰਨਾ ਗੁਰੂ ਮਹਾਰਾਜ ਕਹਿਣਗੇ, ਜਿੰਨੀ ਡਿਊਟੀ ਲਾਉਣਗੇ ਓਨਾ ਕੁ ਆਪਾਂ ਬੋਲ ਸਕਦੇ ਹਾਂ। ਸੋ ਗੁਰੂ ਨਾਨਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਕਨਫਿਊਜ਼ ਕਿੱਦਾਂ ਕਰ ਦਿੰਦੇ ਆ। ਕੋਈ ਮੇਰੀ ਵੀ ਕਿਸੇ ਨਾਲ ਕੋਈ ਡਿਸਕਸ਼ਨ ਹੋਈ ਸੀ, ਤਾਂ ਕੋਈ ਕਹਿੰਦਾ ਜੀ ਗੁਰੂ ਨਾਨਕ ਨਾਥਾਂ ਜੋਗੀਆਂ ਦੇ ਨਾਲ ਰਲਾ ਦਿਓ। ਗੁਰੂ ਨਾਨਕ ਨਾਥਾਂ ਜੋਗੀਆਂ ਨਾਲ ਨਹੀਂ ਰਲ ਸਕਦੇ, ਕਿਉਂਕਿ ਨਾਥ ਜੋਗੀ ਤਾਂ ਆਪਣਾ ਸਾਰਾ ਕੁਝ ਛੱਡ ਕੇ ਪਹਾੜਾਂ 'ਤੇ ਚੱਲ ਜਾਂਦੇ ਆ। ਉਹਨਾਂ ਨੂੰ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਦੁਨੀਆ ਦੇ ਵਿੱਚ ਕੀ ਹੋ ਰਿਹਾ। ਗੁਰੂ ਨਾਨਕ ਜਿੱਥੇ ਗੁਰਬਾਣੀ ਜਿਹੜੀ ਹੈ ਉਹ ਵੀ ਉਚਾਰ ਰਹੇ ਨੇ, ਬਕਾਇਦਾ ਰਬਾਬ ਮਰਦਾਨੇ ਦੀ ਵੱਜ ਰਹੀ ਹੈ, ਉਹ ਗੁਰਬਾਣੀ ਦਾ ਪ੍ਰਵਾਹ ਵੀ ਚੱਲ ਰਿਹਾ, ਪਰ ਉਸੇ ਵੇਲੇ ਬਾਬਰ ਨੂੰ ਵੀ ਚਿਤਾਰ ਰਹੇ ਨੇ, ਬਾਬਰ ਨੂੰ ਵੰਗਾਰ ਵੀ ਰਹੇ ਨੇ। ਔਰ ਉਸੇ ਤੋਂ ਬਾਅਦ ਜਦੋਂ ਬਾਬਰ ਨਾਲ ਉਹਨਾਂ ਦਾ ਜੋ ਗੱਲ ਹੁੰਦੀ ਹੈ, ਉਸ ਤੋਂ ਅਗਲੀਆਂ ਵੀ ਗੱਲਾਂ ਜਿਹੜੀਆਂ ਉਹ ਸਾਨੂੰ ਸਿਰਫ ਇਹ ਨਹੀਂ ਕਿ ਉਹ ਕ੍ਰਿਟੀਕਲੀ ਐਨਾਲਿਸਿਸ ਕਰਕੇ ਛੱਡ ਦਿੰਦੇ, ਜੋ ਕਿ ਮੇਰੇ ਵਰਗੇ ਲੋਕ ਕਰਦੇ ਕਿ ਬੋਲ ਕੇ ਹਟ ਜਾਓ। ਇਹ ਨਹੀਂ, ਗੁਰੂ ਨਾਨਕ ਬਕਾਇਦਾ ਉਹਦਾ ਬਦਲ ਵੀ ਦੱਸਦੇ ਨੇ ਕਿ ਤੁਹਾਡਾ ਬਦਲ ਕੀ ਹੈ। ਸਿਰਫ ਇੰਨੀ ਕੁ ਗੱਲ ਨਹੀਂ ਹੈ ਕਿ ਉਹ ਜਾ ਕੇ ਕਹਿ ਦਿੰਦੇ, ਜਿੱਦਾਂ ਅਸੀਂ ਹੁਣ ਇੱਕ ਕੁਰਸੀ 'ਤੇ ਬੈਠ ਕੇ ਦੱਸ ਦਿੰਦੇ ਨਹੀਂ ਜੀ ਆਹ ਬੰਦਾ ਬਹੁਤ ਮਾੜਾ ਕੰਮ ਕਰ ਰਿਹਾ। ਠੀਕ ਆ, ਉਹ ਮਾੜਾ ਕੰਮ ਕਰ ਰਿਹਾ, ਤੁਸੀਂ ਦੱਸੋ ਚੰਗਾ ਕੀ ਹੋ ਸਕਦਾ। ਤਾਂ ਗੁਰੂ ਨਾਨਕ ਉਹ ਬਦਲ ਵੀ ਦਿੰਦੇ ਨੇ। ਉਹ ਬਦਲ ਹਲੇਮੀ ਰਾਜ ਦਾ ਹੈ। ਔਰ ਹਲੇਮੀ ਰਾਜ ਹੋਊ ਕਿੱਦਾਂ? ਹਲੇਮੀ ਰਾਜ ਉਹਨਾਂ, ਕਿਉਂਕਿ ਦੱਸਦੇ ਨੇ ਕਿ ਜੇ ਕਿਰਤ ਕਰੋ, ਜਿਹੜੇ ਲੋਕ ਕਿਰਤ ਕਰਦੇ ਨੇ, ਜਦੋਂ ਰਾਜ ਵੀ ਉਹਨਾਂ ਕਿਰਤੀਆਂ ਦਾ ਹੀ ਹੋਊਗਾ ਉਦੋਂ ਹਲੇਮੀ ਰਾਜ ਆ ਸਕਦਾ। ਪਰ ਹੁਣ ਉਹ ਇਕੱਲੇ ਕਿਰਤੀ ਹੀ ਅਗਰ ਹੋਣ ਕਿ ਸਿਰਫ ਉਹ ਕਿਰਤੀ ਹੀ ਨੇ ਤੇ ਉਹਨਾਂ ਦਾ ਰਾਜ ਆ ਜਾਓ, ਤਾਂ ਫਿਰ ਸਾਨੂੰ ਜਾਰਜ ਔਰਵੈਲ ਦੀ ਗੱਲ ਬੜੀ ਉਹ ਢੁੱਕਦੀ ਹੈ ਕਿ ਪਾਵਰ ਕਰਪਟਸ, ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ, ਹੈ ਨਾ। ਉਹ ਗੱਲ ਵੀ ਬੜੀ ਢੁੱਕਦੀ ਆ ਉੱਥੇ, ਕਿਉਂਕਿ ਜੇ ਸਿਰਫ ਕਿਰਤੀਆਂ ਦਾ ਰਾਜ ਆ ਜੇ ਤਾਂ ਫਿਰ ਜਿਹੜੇ ਕਿਰਤੀ ਨੇ ਉਹ ਜਿਹੜੇ ਉਹਨਾਂ ਤੋਂ ਅਮੀਰ ਨੇ ਉਹਨਾਂ ਨਾਲ ਨਫ਼ਰਤ ਕਰਦੇ ਨੇ। ਸੋ ਇਸ ਚੀਜ਼ ਨੂੰ ਬੈਲੈਂਸ ਕਰਨ ਦੇ ਲਈ ਨਾਮ ਦੀ ਕਮਾਈ ਹੋਣੀ ਬੜੀ ਜ਼ਰੂਰੀ ਹੈ। ਹਲੇਮੀ ਰਾਜ ਉਦੋਂ ਹੀ ਹੋਊਗਾ ਜਦੋਂ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਇਹ ਤਿੰਨੇ ਚੀਜ਼ਾਂ ਇਕੱਠੀਆਂ ਪਰੋਈਆਂ ਜਾਣਗੀਆਂ। ਜਿਹੜਾ ਕਹੂਗਾ ਕਿ ਅਸੀਂ ਸਿਰਫ ਹੁਣ ਸਾਡੀ ਜਿਹੜੀ ਪ੍ਰੋਬਲਮ ਹੈ, ਜਿਹੜੀ ਕਮਿਊਨਿਸਟ ਵਿਚਾਰਧਾਰਾ ਹੈ, ਜਿਹੜੇ ਕਹਿੰਦੇ ਸਿਰਫ ਕਿਰਤੀਆਂ ਦਾ ਰਾਜ ਹੋਣਾ ਚਾਹੀਦਾ। ਕਿਉਂ ਬਈ? ਹੋ ਸਕਦਾ ਕੋਈ ਬਹੁਤ ਅਮੀਰ ਬੰਦਾ ਦੀਵਾਨ ਟੋਡਰਮਲ ਹੋਵੇ, ਸਿਰਫ ਇਸ ਕਰਕੇ ਕਿਸੇ ਨਾਲ ਨਫ਼ਰਤ ਕਿ ਉਹ ਅਮੀਰ ਹੈ, ਜਾਂ ਸਿਰਫ ਕਿਸੇ ਨਾਲ ਇਸ ਕਰਕੇ ਜਿਹੜੀ ਨਫ਼ਰਤ ਹੈ ਕਿ ਉਹਦੀ ਆਪਣੀ ਇੱਕ ਦੁਕਾਨ ਹੈ। ਇਹ ਗੁਰੂ ਨਾਨਕ ਦਾ ਘਰ ਹੀ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਨਿਰਵੈਰ ਨਿਰਭਉ ਦੀ ਫਿਲਾਸਫੀ ਹੈ। ਸੋ ਗੱਲ ਇੱਥੇ ਆਉਂਦੀ ਹੈ ਕਿ ਜਦੋਂ ਅਸੀਂ ਆਪਣੀ ਅਰਦਾਸ ਕਰਦੇ ਹਾਂ, ਅਗਲੀ ਵਾਰੀ ਵੀ ਜਦੋਂ ਆਪਾਂ ਅਰਦਾਸ ਕਰੀਏ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਇਕੱਲੇ ਜਿਹੜਾ ਅੱਖਰ ਹੈ ਉਸ ਨੂੰ ਸਮਝਣ ਦੀ ਗੱਲ ਕਰੀਏ, ਉਹਦੇ ਵਿੱਚੋਂ ਸਾਡੇ ਅੰਦਰ ਰਸ ਪੈਦਾ ਹੋਵੇ। ਉਹ ਸਾਨੂੰ ਕਹਿਣਾ ਕੀ ਚਾਹ ਰਹੇ। ਜਦੋਂ ਅਸੀਂ ਗੁਰੂ ਨਾਨਕ ਦਾ ਨਾਮ ਲਈਏ ਤਾਂ ਸਾਡੇ ਸਾਹਮਣੇ ਮੀਰੀ ਪੀਰੀ ਦਾ ਸਿਧਾਂਤ ਬੜਾ ਕਲੀਅਰ ਦਿਖੇ। ਜਦੋਂ ਗੁਰੂ ਨਾਨਕ ਦਾ ਨਾਮ ਲਈਏ ਤਾਂ ਸਾਡੇ ਸਾਹਮਣੇ ਉਹ ਵੀ ਆਵੇ ਜੋ ਕਹਿੰਦਾ ਹੈ ਕਿ ਮੈਂ ਜੈਂਡਰ ਇਕੁਐਲਿਟੀ ਨੂੰ ਵੀ ਮੰਨਦਾ, ਜੋ ਵੀ ਕਹਿੰਦਾ ਮੈਂ ਸੋਸ਼ਲ ਇਕੁਐਲਿਟੀ ਦੀ ਵੀ ਗੱਲ ਕਰੂੰਗਾ, ਜੋ ਇਹ ਵੀ ਕਹਿੰਦਾ ਹੈ ਕਿ ਜਿੱਥੇ ਰਾਜਨੇਤਾ ਜਿਹੜਾ ਹੈ ਚਾਹੇ ਉਹ ਜਿੰਨਾ ਮਰਜ਼ੀ ਪਾਵਰਫੁਲ ਹੋਵੇ, ਅਗਰ ਉਹ ਗਲਤ ਹੈ ਤਾਂ ਮੈਂ ਉਹਨੂੰ ਬੋਲੂੰਗਾ ਤੂੰ ਗਲਤ ਹੈ, ਮੈਂ ਉਹਦੇ ਤੋਂ ਡਰੂੰਗਾ ਨਹੀਂ। ਉਹ ਨਿਰਵੈਰ ਔਰ ਨਿਰਭਉ ਵੀ ਹੋਊਗਾ। ਔਰ ਉਸ ਦੇ ਨਾਲ ਗੁਰੂ ਨਾਨਕ ਸਿਰਫ ਇੰਨੀ ਕੁ ਗੱਲ ਨਹੀਂ ਕਰਦੇ, ਕਿਉਂ ਇਹੀ ਕਾਰਨ ਹੈ ਕਿਉਂਕਿ ਆਪਾਂ ਇਹਨਾਂ ਗੱਲਾਂ ਨੂੰ ਸਮਝੇ ਨਹੀਂ ਤੇ ਆਪਾਂ ਇਹ ਕਹਿੰਦੇ ਕਿ ਉਹ ਰਿਫਾਰਮਰ ਸੀਗੇ ਜੀ। ਕੋਈ ਕਹਿੰਦਾ ਸੋਸ਼ਲ ਰਿਫਾਰਮਰ ਸੀ, ਕੋਈ ਕਹਿੰਦਾ ਉਹ ਪੋਲੀਟੀਕਲ ਰਿਫਾਰਮਰ। ਗੁਰੂ ਨਾਨਕ ਆਪਣੇ ਰਾਜ ਦੀ ਗੱਲ ਵੀ ਕਰਦੇ ਨੇ। ਔਰ ਇਸੇ ਲਈ ਜਦੋਂ ਭਾਈ ਗੁਰਦਾਸ ਲਿਖਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਹਮੇਸ਼ ਰਾਜ ਵਾਲਿਆਂ ਦਾ ਚੱਲਦਾ, ਕਿਸੇ ਸਾਧੂ ਦੇ ਨਾਮ ਦਾ, ਕਿਸੇ ਸੰਤ ਦੇ ਨਾਮ ਦਾ ਕਦੀ ਸਿੱਕਾ ਨਹੀਂ ਚੱਲਿਆ, ਨਾ ਚੱਲਿਆ ਨਾ ਚੱਲੂਗਾ। ਸਿੱਕਾ ਸਿਰਫ ਰਾਜੇ ਦਾ ਚੱਲਦਾ ਹੁੰਦਾ। ਸੋ ਗੁਰੂ ਨਾਨਕ ਦੇ ਜਦੋਂ ਸਿੱਕਾ ਚੱਲਦਾ ਹੈ ਨਾ ਗੁਰੂ ਨਾਨਕ ਦੇ ਨਾਮ ਦਾ, ਤਾਂ ਗੁਰੂ ਨਾਨਕ ਦਾ ਰਾਜ ਹੈ। ਫਿਰ ਸਾਨੂੰ ਇਹ ਸਮਝਣਾ ਪਊਗਾ। ਇਹੀ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਜੋ ਗੁਰੂ ਨਾਨਕ ਸਾਨੂੰ ਦੱਸਦੇ ਨੇ। ਜਦੋਂ ਅਸੀਂ ਅਰਦਾਸ ਦੇ ਵਿੱਚ ਗੁਰੂ ਨਾਨਕ ਦਾ ਨਾਮ ਸਾਡੇ ਸਾਹਮਣੇ ਆਵੇ, ਜਦੋਂ ਭਾਈ ਜੀ ਬੋਲਣ, ਗੁਰੂ ਨਾਨਕ ਦਾ ਨਾਮ ਬੋਲਣ, ਤਾਂ ਉਦੋਂ ਸਮਝਿਆ ਕਰੀਏ ਕਿ ਗੁਰੂ ਨਾਨਕ ਦਾ ਨਾਮ ਸਾਨੂੰ ਸੰਦੇਸ਼ ਕੀ ਦੇ ਰਿਹਾ। ਔਰ ਉਸ ਤੋਂ ਬਾਅਦ ਜਿਹੜੀ ਲੜੀਵਾਰ ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ, ਜਦੋਂ ਇੱਕ ਲੜੀਵਾਰ ਚੱਲਦੀ, ਫਿਰ ਸਾਡੇ ਸਮਝ ਆਊਗਾ ਕਿ ਗੁਰੂ ਨਾਨਕ ਦੇ ਪੂਰਨਿਆਂ ਨੂੰ, ਗੁਰੂ ਨਾਨਕ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਅਗਲੇ 9 ਗੁਰੂ ਸਾਹਿਬਾਨ ਨੇ ਸਾਡੀ ਕਿਵੇਂ ਤਿਆਰੀ ਕਰਾਈ। ਗੁਰੂ ਨਾਨਕ ਸਾਹਿਬ ਹੋਕਾ ਦਿੰਦੇ ਨੇ, ਉਹ ਕਹਿੰਦੇ ਨੇ ਕਿ
ਜੇ ਜੀਂਦਿਆਂ ਪਤ ਲੱਥੀ ਜਾਏ ਸਭ ਹਰਾਮ ਇਹ ਤਮਿਲ ਖਾਏ। ਹੁਣ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ ਕਿ ਜੇ ਜੇ ਜੀਂਦਿਆਂ ਹੀ ਪਤ ਲੱਥ ਗਈ, ਉਹ ਹੋਕਾ ਦਿੰਦੇ ਨੇ। ਹੁਣ ਹੋਕਾ ਕਿੰਨਾ ਲੋਕਾਂ ਨੂੰ ਦੇ ਰਹੇ? ਉਹ ਲੋਕ ਜਿਹੜੇ ਇੰਨੀਆਂ ਸਦੀਆਂ ਤੋਂ ਗੁਲਾਮ ਨੇ, ਉਹਨਾਂ ਨੂੰ ਇਹ ਹੋਕਾ ਦੇ ਰਹੇ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਬਕਾਇਦਾ ਉਹਨਾਂ ਦੀ ਉਸ ਹੋਕੇ ਨੂੰ ਸਮਝਣ ਦੇ ਲਈ, ਉਹ ਮੱਤ ਬਣਾਉਣ ਦੇ ਲਈ ਮੱਲ ਅਖਾੜੇ ਸ਼ੁਰੂ ਕਰਦੇ ਨੇ। ਔਰ ਗੁਰੂ ਅਮਰਦਾਸ ਪਾਤਸ਼ਾਹ, ਕਿਉਂਕਿ ਇਹ ਆਪਾਂ ਹੁਣ ਵੀ ਕਹਿੰਦੇ ਹਾਂ ਨਾ ਕਿ ਹੈਲਦੀ ਮਾਈਂਡ ਰਿਜ਼ਾਈਡਸ ਇਨ ਅ ਹੈਲਦੀ ਬੋਡੀ, ਔਰ ਇਹ ਗੱਲ ਮੈਂ ਆਪਾਂ ਪੂਰਾ ਇੱਕ ਐਪੀਸੋਡ ਲਾਇਆ ਸੀ ਇਹਦੇ ਉੱਤੇ ਕਿ ਜਿਹੜੇ ਅਖਾੜੇ ਹੁੰਦੇ ਨੇ ਜਾਂ ਜਿਹੜੀਆਂ ਵੀ ਸਪੋਰਟਸ ਨੇ, ਉਹ ਤੁਹਾਡਾ ਕੌਨਫੀਡੈਂਸ ਬੂਸਟ ਕਰਦੀਆਂ, ਤੁਹਾਨੂੰ ਇਹ ਸਮਝਾਉਂਦੀਆਂ ਨੇ ਕਿ ਤੁਹਾਡੀ ਅੰਦਰ ਕੈਪੇਬਿਲਿਟੀ ਕਿੰਨੀ ਆ। ਕਿਉਂਕਿ ਇਨਸਾਨ ਆਪਣੀ ਆਤਮਾ ਦੀ ਕੈਪੇਬਿਲਿਟੀ ਸਮਝਣ ਤੋਂ ਪਹਿਲਾਂ ਆਪਣੀ ਸਰੀਰ ਦੀ ਕੈਪੇਬਿਲਿਟੀ ਸਮਝਦਾ। ਸੋ ਸਰੀਰ ਦੀ ਕੈਪੇਬਿਲਿਟੀ ਜਦੋਂ ਉਹਨੂੰ ਪਤਾ ਲੱਗ ਗਈ ਨਾ ਕਿ ਮੈਂ 10-15 ਜਾਣਿਆਂ ਨੂੰ ਫੜ ਸਕਦਾ, ਤਾਂ ਉਹਦੀ ਆਤਮਾ ਆਪਣੇ ਆਪ ਹੀ ਸਟਰੋਂਗ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਆਪਣੀ ਅੰਦਰ ਝਾਤੀ ਮਾਰਨੀ ਸ਼ੁਰੂ ਕਰਦਾ। ਜਦੋਂ ਸਰੀਰ ਹੀ ਬਿਮਾਰ ਹੈ ਤਾਂ ਫਿਰ ਤਾਂ ਉਹ ਮਾਈਂਡ ਵੀ ਹੈਲਦੀ ਨਹੀਂ ਹੁੰਦਾ। ਸੋ ਗੁਰੂ ਅੰਗਦ ਦੇਵ ਪਾਤਸ਼ਾਹ ਬਕਾਇਦਾ ਇਸ ਹੋਕੇ ਨੂੰ ਸਮਝਣ ਦੇ ਲਈ ਜਦੋਂ ਸਿੱਖਾਂ ਦੀ ਤਿਆਰੀ ਕਰਾਉਂਦੇ ਨੇ ਤਾਂ ਮੱਲ ਅਖਾੜੇ ਸ਼ੁਰੂ ਕਰਦੇ ਨੇ। ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਕੀ ਕਰਦੇ ਨੇ ਕਿ ਬਕਾਇਦਾ ਸਾਨੂੰ ਸਾਡੀ ਗੁਰਮੁਖੀ ਲਿਪੀ ਦੇ ਦਿੰਦੇ ਨੇ, ਔਰ ਉਹਦੇ ਨਾਲ ਪਾਠਸ਼ਾਲਾਵਾਂ ਵੀ ਸ਼ੁਰੂ ਕਰ ਦਿੰਦੇ ਨੇ ਕਿ ਉਹ ਫਿਰ ਮੈਂਟਲ ਜਿਹੜਾ ਵਿਕਾਸ ਹੈ ਇਸ ਹੋਕੇ ਨੂੰ ਸਮਝਣ ਦੇ ਲਈ, ਉਹ ਮੈਂਟਲ ਵਿਕਾਸ ਵੱਲ ਵੀ ਸਾਨੂੰ ਤੋਰਦੇ ਨੇ। ਔਰ ਇਸੇ ਤਰੀਕੇ ਨਾਲ ਚੱਲਦੇ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਜੋ ਗੁਰੂ ਨਾਨਕ ਦਿੰਦੇ ਨੇ, ਉਹਨੂੰ ਅਮਲੀ ਜਾਮਾ 6ਵੇਂ ਗੁਰੂ ਪਹਿਨਾ ਦਿੰਦੇ ਨੇ। ਔਰ ਉਸ ਤੋਂ ਬਾਅਦ ਇਹ ਜਿਹੜਾ ਇੱਕ ਨਿਰੰਤਰ ਇਤਿਹਾਸ ਚੱਲਦਾ ਹੈ, ਨਿਰੰਤਰ ਸਾਡੀ ਜਿਹੜੀ ਉਹ ਪ੍ਰੈਪਰੇਸ਼ਨ ਹੈ ਇਸ ਹੋਕੇ ਨੂੰ ਸਮਝਣ ਦੇ ਲਈ, ਔਰ ਉਸ ਤੋਂ ਬਾਅਦ ਇਸ ਦੇ ਬਦਲ ਦੇ ਵਿੱਚ ਉਹ ਹਲੀਮੀ ਰਾਜ ਦੀ ਨੀਂਹ ਰੱਖਣ ਦੇ ਲਈ ਜਦੋਂ 5 ਸਿਰ ਮੰਗੇ ਜਾਂਦੇ ਨੇ, ਤੇ ਉਸ ਵੇਲੇ ਜਿਹੜੀ ਗੁਰਬਾਣੀ ਦੀ ਗੱਲ ਹੈ, ਜਾਂ ਤਾਂ ਉਹ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀਆਓ, ਉਹ ਟੈਸਟ ਹੋ ਜਾਂਦਾ ਕਿ ਵਾਕਈ ਉਹ ਸਿਰ ਦੇਣ ਵਾਲੇ ਤਿਆਰ ਹੋ ਗਏ, ਸਿਰ ਤਲੀ 'ਤੇ ਰੱਖਣ ਵਾਲੇ ਤਿਆਰ ਹੋ ਗਏ। ਜਦੋਂ ਉਹ ਟੈਸਟ 'ਚੋਂ 5 ਨਿੱਤਰ ਕੇ ਸਾਹਮਣੇ ਆਉਂਦੇ ਨੇ, ਉਸ ਵੇਲੇ ਗੁਰੂ ਮਹਾਰਾਜ ਜਿਹੜੀ ਗੁਰਿਆਈ ਹੈ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਦਿੰਦੇ ਨੇ। ਸੋ ਇਹ ਸਾਰਾ ਇੱਕ ਕੰਟੀਨਿਊਟੀ ਹੈ, ਇੱਕ ਧਾਗੇ ਦੇ ਵਿੱਚ ਪਰੋਈ ਹੋਈ ਚੀਜ਼ ਹੈ। ਇਹਨੂੰ ਅੱਧਾ ਪਚਾਦਾ ਨਹੀਂ ਸਮਝਿਆ ਜਾ ਸਕਦਾ। ਇਹਨੂੰ ਇੰਝ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਨੂੰ ਸੋਸ਼ਲ ਰਿਫੋਰਮਰ ਕਹਿ ਦਈਏ, ਉਹਨਾਂ ਨੂੰ ਕਿਸੇ ਨੂੰ ਰਿਲੀਜੀਅਸ ਰਿਫੋਰਮਰ ਕਹਿ ਦਈਏ। ਇਹ ਸਾਡੀ ਮੂਰਖਤਾ ਹੀ ਹੈ। ਇਹ ਕਹਿ ਲਈਏ ਕਿ ਜਾਂ ਸਾਡੀ ਜਿਹੜੀ ਉਹ ਇੱਕ ਹਿੰਦੀ ਦੀ ਕਹਾਵਤ ਹੈ ਨਾ ਕਿ ਥੋਤਾ ਜਨਾ ਬਾਜੇ ਘਨਾ, ਕਿ ਜਿਹਦੇ ਵਿੱਚ ਕੁਛ ਨਹੀਂ ਹੁੰਦਾ, ਉਹ ਜ਼ਿਆਦਾ ਆਪਣੇ ਆਪ ਨੂੰ ਮੇਰੇ ਵਰਗਾ ਰੌਲਾ ਪਾਉਂਦਾ। ਸੋ ਉਹੀ ਗੱਲ ਹੈ। ਸੋ ਸਾਨੂੰ ਜਦੋਂ ਸਮਝਣਾ ਹੈ, ਸਾਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਨੂੰ ਸਮਝਣਾ ਪਊਗਾ ਕਿ ਗੁਰੂ ਮਹਾਰਾਜ ਸਾਨੂੰ ਸਿਧਾਂਤ ਦੇ ਕਿਹੜੇ ਰਹੇ ਨੇ, ਕੀ ਦੇ ਰਹੇ ਨੇ, ਸਾਡਾ ਕਿਰਦਾਰ ਕੀ ਹੈ, ਉਹਦੀ ਤਿਆਰੀ ਕਿੱਦਾਂ ਹੋਈ ਹੈ, ਸਮਝਣਾ ਪਊਗਾ। ਸੋ ਇਸੇ ਹੀ ਲਾਈਨ ਦੇ ਵਿੱਚ, ਇਸੇ ਹੀ ਲੜੀ ਦੇ ਵਿੱਚ ਜਿਹੜੀ ਹੁਣ ਅਗਲੀ ਗੱਲ ਹੈ, ਇਹ ਸਾਰਾ ਇੱਕ ਰੀਕੈਪ ਦੇਣਾ ਜ਼ਰੂਰੀ ਇਸ ਕਰਕੇ ਸੀ ਕਿਉਂਕਿ ਮੈਂ ਅਗਰ ਗੁਰੂ ਰਾਮਦਾਸ ਪਾਤਸ਼ਾਹ ਦੀ ਅੱਜ ਤੋਂ ਗੱਲ ਸ਼ੁਰੂ ਕਰ ਦਿੰਦੀ ਨਾ, ਤੇ ਪਿਛਲੀ ਲੜੀ ਦੇ ਨਾਲ ਜੁੜਨਾ ਨਹੀਂ ਸੀਗਾ, ਤੇ ਆਪਾਂ ਇਹਨੂੰ ਅਲੱਗ ਸਮਝਣਾ ਸ਼ੁਰੂ ਕਰ ਦੇਣਾ ਸੀ। ਜਾਂ ਜਿਹੜੀ ਸੰਗਤ ਹੁਣ ਜੁੜੀ ਆ, ਉਹਨਾਂ ਨੂੰ ਲੱਗਣਾ ਸੀਗਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਜ਼ਿੰਦਗੀ ਦੀ ਗੱਲ ਕਰ ਰਹੀ ਹੈ, ਜੀਵਨ ਦੀ ਗੱਲ ਕਰ ਰਹੀ ਹੈ, ਜਦ ਕਿ ਮੈਂ ਗੱਲ ਕਰ ਰਹੀ ਹਾਂ ਉਹ ਨਿਰੰਤਰਤਾ ਦੀ, ਜੋਤ ਦੀ ਨਿਰੰਤਰਤਾ ਦੀ, ਇਤਿਹਾਸ ਦੀ ਨਿਰੰਤਰਤਾ ਦੀ, ਗੁਰਬਾਣੀ ਦੀ ਨਿਰੰਤਰਤਾ ਦੀ, ਮੈਂ ਉਸ ਦੀ ਗੱਲ ਕਰ ਰਹੀ ਹਾਂ। ਸੋ ਇਸ ਕਰਕੇ ਰੀਕੈਪ ਦੇਣਾ ਬੜਾ ਜ਼ਰੂਰੀ ਸੀ। ਅਗਲੇ ਐਪੀਸੋਡਸ ਦੇ ਵਿੱਚ ਜਿਹੜੀ ਆਪਾਂ ਹੁਣ ਗੱਲ ਕਰਾਂਗੇ, ਆਈ ਥਿੰਕ 3 ਜਾਂ 4 ਐਪੀਸੋਡ ਵੀ ਲੱਗ ਸਕਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਲਾਈਫ ਦੇ ਵਿੱਚ, ਕਿ ਉਹਨਾਂ ਨੇ ਕਿਰਦਾਰ, ਖਾਲਸੇ ਦਾ ਕਿਰਦਾਰ ਡਿਵੈਲਪ ਕਰਨ ਦੇ ਲਈ, ਗੁਰੂ ਨਾਨਕ ਪਾਤਸ਼ਾਹ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੂਰਨ ਕਰਨ ਦੇ ਲਈ ਜੋ ਅੱਗੇ ਇਸ ਮਿਸ਼ਨ ਨੂੰ ਚਲਾਇਆ, ਉਹ ਕਿਵੇਂ ਚਲਾਇਆ। ਉਹਦੇ ਵਿੱਚ 5 ਗੱਲਾਂ ਜਿਹੜੀਆਂ ਸਾਨੂੰ ਧਿਆਨ 'ਚ ਜ਼ਰੂਰ ਰੱਖਣੀਆਂ ਪੈਣਗੀਆਂ। ਪਹਿਲਾ, ਭਾਈ ਜੇਠੇ ਤੋਂ ਗੁਰੂ ਰਾਮਦਾਸ ਹੋ ਜਾਣ ਦਾ ਸਫ਼ਰ, ਉਹ ਕੀ ਹੈ, ਕਿਵੇਂ ਹੈ, ਸਾਨੂੰ ਉਹਦੇ 'ਚੋਂ ਕੀ ਸਮਝਣਾ, ਇਹ ਇੰਪੋਰਟੈਂਟ ਆ, ਜੋ ਕਿ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਉਸ ਤੋਂ ਬਾਅਦ ਰਾਮਦਾਸਪੁਰ, ਜੋ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋ ਜਾਂਦਾ, ਉਹਨੂੰ ਵਸਾਉਣਾ, ਉਹ ਕਿੱਦਾਂ ਵਸਾਇਆ ਗਿਆ ਉਹਦੇ ਵਿੱਚ, ਔਰ ਸਾਨੂੰ ਸਮਝ ਲੱਗੂਗੀ ਕਿ ਰਾਜ ਦੀ ਗੱਲ ਸਿੱਖਾਂ ਦੇ ਵਿੱਚ ਕਿੱਥੋਂ ਚੱਲਦੀ ਹੈ। ਉਦੋਂ ਸਾਨੂੰ ਸਮਝ ਲੱਗੂਗੀ ਕਿ ਗੁਰੂ ਨਾਨਕ ਦੀ ਜਿਹੜੀ ਰਾਜ ਦੀ ਗੱਲ ਹੈ, ਉਹ ਗੁਰੂ ਰਾਮਦਾਸ ਪਾਤਸ਼ਾਹ ਵੀ ਪੂਰੀ ਕਰ ਰਹੇ ਨੇ। ਤੀਸਰੀ ਗੱਲ, ਮੰਜੀਆਂ ਦਾ ਵਿਸਥਾਰ ਕਰਕੇ ਜਿਹੜੀ ਮਸੰਦ ਸਿਸਟਮ ਹੈ ਉਹਨਾਂ ਨੂੰ ਲਾਗੂ ਕਰਨਾ। ਚੌਥੀ, 30 ਰਾਗਾਂ ਦੇ ਵਿੱਚ ਬਾਣੀ ਉਚਾਰਨੀ, ਬਾਣੀ ਦਰਜ ਕਰਨੀ, ਇਹ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। ਔਰ 5ਵਾਂ, ਲਾਵਾਂ। ਇਹ 5 ਜਿਹੜੇ ਨੁਕਤੇ ਨੇ, ਸਾਨੂੰ ਜਿਹੜੀਆਂ ਆਉਣ ਵਾਲੇ ਐਪੀਸੋਡਸ ਨੇ, ਮੈਂ ਉਹਨਾਂ ਵਿੱਚ ਕੋਸ਼ਿਸ਼ ਕਰੂੰਗੀ ਕਿ ਉਹਨਾਂ ਵਿੱਚ ਇਹਨਾਂ ਨੂੰ ਜਿੰਨੇ ਵੀ ਸਹਿਜ ਤਰੀਕੇ ਨਾਲ, ਸਿੰਪਲ ਤਰੀਕੇ ਨਾਲ
ਆਪ ਸਭ ਨਾਲ ਸਾਂਝਾ ਕੀਤਾ ਜਾ ਸਕੇ ਕਰਾਂ, ਸੋ ਦੈਟ ਕਿ ਆਪਾਂ ਸਮਝੀਏ ਕਿ ਗੁਰੂ ਨਾਨਕ ਦਾ ਮਿਸ਼ਨ ਕੀ ਸੀ ਔਰ ਉਸ ਮਿਸ਼ਨ ਦੀ ਪੂਰਤੀ ਲਈ ਸਾਡੇ ਬਾਕੀ ਦੇ ਗੁਰੂ ਸਾਹਿਬਾਨਾਂ ਨੇ ਕਿਸ ਤਰੀਕੇ ਨਾਲ ਸਾਨੂੰ ਸਿਧਾਂਤ ਜਿਹੜੇ ਨੇ ਉਹ ਦ੍ਰਿੜ ਕਰਵਾਏ ਨੇ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।